ਸਤਨਾਮ ਵਾਹਿਗੁਰੂ ਜੀ। ਸਾਰੰਗ ਮਹਿਲਾ ਨੌਵਾਂ। ਕਹਾਂ ਨਰ ਆਪਨੋ ਜਨਮ ਗਵਾਵੈ, ਮਾਇਆ ਮਦ ਬਿਖਿਆ ਰਸ ਰਚਿਓ, ਰਾਮ ਸਰਣ ਨਹੀਂ ਆਵੈ। ਕਹਾਂ ਨਰ ਆਪਨੋ ਜਨਮ ਗਵਾਵੈ, ਮਾਇਆ ਮਦ ਬਿਖਿਆ ਰਸ ਰਚਿਓ, ਰਾਮ ਸਰਣ ਨਹੀਂ ਆਵੈ। ਰਹਾਉ। ਇਹੋ ਸੰਸਾਰ ਸਗਲ ਹੈ ਸੁਪਨੋ, ਦੇਖ ਕਹਾਂ ਲੋਭਾਵੈ। ਜੋ ਉਪਜੈ ਸੋ ਸਗਲ ਬਿਨਾਸੈ, ਰਹਿਨ ਨ ਕੋ ਪਾਵੈ। ਮਿਥਿਆ ਤਨ ਸਾਚੋ ਕਰ ਮਾਨਿਓ, ਇਹ ਬਿਦ ਆਪ ਬੰਧਾਵੈ। ਜਨ ਨਾਨਕ ਸੋ ਜਨ ਮੁਕਤਾ, ਰਾਮ ਭਜਨ ਚਿਤ ਲਾਵੈ। ਮਿਥਿਆ ਤਨ ਸਾਚੋ ਕਰ ਮਾਨਿਓ, ਇਹ ਬਿਦ ਆਪ ਬੰਧਾਵੈ। ਜਨ ਨਾਨਕ ਸੋ ਜਨ ਮੁਕਤਾ, ਰਾਮ ਭਜਨ ਚਿਤ ਲਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਜਾਹਰਾ ਜਹੂਰ ਅਤੇ ਹਾਜ਼ਰਾ ਹਜੂਰ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੇ ਪਰਮ ਸਤਿਕਾਰ ਜੋ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਅੰਮ੍ਰਿਤ ਵੇਲੇ ਗੁਰੂ ਕੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਲਾਹੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਆਪ ਜੀ ਹਰ ਰੋਜ਼ ਸਰਵਣ ਕਰਦੇ ਹੋ। ਉਹਦੇ ਨਾਲ ਸੰਬੰਧਿਤ ਗੁਰੂ ਕੇ ਪਾਵਨ ਬਚਨ ਸਾਰੰਗ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਇਹ ਮੁੱਖ ਵਾਕ ਗੁਰੂ ਜਿਸ ਰਾਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੀ ਸੰਸਾਰੀ ਜੀਵਨ ਦੀ ਹਾਲਤ ਦੇਖ ਕੇ ਸਾਨੂੰ ਸਮਝਾਉਂਦੇ ਆ ਜ਼ਿੰਦਗੀ ਦਾ ਜੋ ਅਸਲ ਮਕਸਦ ਹੈ ਉਸ ਨੂੰ ਪ੍ਰਾਪਤ ਕਰਨ ਦੀ ਜੁਗਤ ਦਰਸਾ ਰਹੇ ਨੇ। ਪਰਮਾਤਮਾ ਆਜ਼ਾਦ ਹੈ। ਪਰਮਾਤਮਾ ਨੇ ਮਨੁੱਖ ਨੂੰ ਵੀ ਆਜ਼ਾਦ ਹੀ ਬਣਾਇਆ, ਪਰ ਜਦੋਂ ਅਸੀਂ ਮਨੁੱਖੀ ਸਮਾਜ ਵਿੱਚ ਨਜ਼ਰ ਮਾਰਦੇ ਹਾਂ, ਮਨੁੱਖ ਆਜ਼ਾਦ ਹੈ, ਮਨੁੱਖ ਬੰਧਨਾਂ ਵਿੱਚ ਫਸਿਆ ਪਿਆ। ਹਰ ਮਨੁੱਖ ਆਜ਼ਾਦੀ ਦੀ ਗੱਲ ਕਰਦਾ ਹੈ, ਸੁਤੰਤਰਤਾ ਦੀ ਗੱਲ ਕਰਦਾ ਹੈ। ਆਜ਼ਾਦੀ ਨਾਂ ਤੇ ਆਪਾਂ ਦੇਖਦੇ ਕਿੰਨੀਆਂ ਜੰਗਾਂ ਲੜੀਆਂ ਜਾਂਦੀਆਂ ਨੇ, ਕਿੰਨੇ ਕਤਲੇਆਮ ਹੁੰਦਾ ਹੈ ਆਜ਼ਾਦੀ ਦੇ ਨਾਂ ਤੇ। ਪਰ ਜਿੰਨਾ ਚਿਰ ਮਨੁੱਖ ਆਪ ਆਜ਼ਾਦ ਨਹੀਂ ਹੈ, ਸੁਤੰਤਰ ਨਹੀਂ ਹੈ, ਉਹ ਬਾਹਰਲੀ ਆਜ਼ਾਦੀ ਕਿਵੇਂ ਲੈ ਸਕਦਾ ਜਾਂ ਕਿਵੇਂ ਮਾਣ ਸਕਦਾ ਹੈ? ਆਤਮਾ ਨੇ ਧਰਤੀ ਬਣਾ ਕੇ, ਸਾਰੀ ਬਣਾ ਕੇ ਉਹਨਾਂ ਚੋਂ ਉੱਤਮ ਬਣਾਇਆ ਸੀ ਮਨੁੱਖ ਨੂੰ। ਇਹ ਦੇਹੀ ਦੁਰਲਭ ਹੈ, ਇਹ ਸਭ ਤੋਂ ਉੱਤਮ ਹੈ। ਬਾਕੀ ਦੁਨੀਆਂ ਸਾਰੀਆਂ ਇਸ ਦੇ ਅਧੀਨ ਨੇ। ਪਰ ਕਹਿੰਦੇ ਜਦੋਂ ਮੈਂ ਦੇਖਦਾ ਹਾਂ ਬਹੁਤੀ ਦੁਨੀਆ ਤਾਂ ਗੁਲਾਮੀ ਦਾ ਜੀਵਨ ਭੋਗ ਰਹੀ ਹੈ, ਉਹਨਾਂ ਨੂੰ ਆਪਣੀ ਜ਼ਿੰਦਗੀ ਦੀ ਉੱਤਮਤਾ ਦਾ ਪਤਾ ਹੀ ਨਹੀਂ ਹੈ।
ਭਾਈ ਸਾਹਿਬ ਜੀ ਦੀ ਰਚਨਾ ਚ ਉਹਨਾਂ ਦੇ ਬਚਨ ਕਿ ਖਾਣੀ ਬਾਣੀ ਜਗ ਚਾਰ, ਲੱਖ 84 ਜੋਨ ਉਪਾਈ। ਉੱਤਮ ਜੋਨ ਵਖਾਣੀਏ ਮਾਨਸ ਜੋਨ ਦੁਲਭ ਦਿਖਾਈ। ਸਭ ਜੂਨੀ ਕਰ ਵਸ ਤਿਸ ਮਾਨਸ ਨੂੰ ਦਿੱਤੀ ਵਡਿਆਈ। ਸਾਰੀਆਂ ਜੂਨਾਂ ਮਨੁੱਖ ਦੇ ਵਸ ਚ ਕੀਤੀਆਂ ਸਨ, ਮਨੁੱਖ ਨੂੰ ਵਡਿਆਈ ਦਿੱਤੀ ਸੀ ਉੱਤਮ ਹੋਣ ਦੀ। ਪਰ ਕਹਿੰਦੇ ਮੈਂ ਜਦੋਂ ਦੇਖਦਾ ਹਾਂ ਬਹੁਤੇ ਮਾਨਸ ਜਗਤ ਚ ਪਰਾਧੀਨ ਕੇ ਸਮਝ ਨਾ ਆਈ। ਬਹੁਤੇ ਲੋਕੀ ਤੇ ਪਰਾਧੀਨ ਹੋ ਕੇ ਜ਼ਿੰਦਗੀ ਬਤੀਤ ਕਰ ਰਹੇ ਨੇ। ਇਹ ਗੁਲਾਮੀ ਦੀ ਗੱਲ ਪਹਿਲਾਂ ਮਨੁੱਖ ਦੇ ਆਪਣੇ ਨਿੱਜ ਜੀਵਨ ਤੋਂ ਸ਼ੁਰੂ ਹੁੰਦੀ ਹੈ। ਇਹ ਬਾਹਰਲੀਆਂ ਗੁਲਾਮੀਆਂ ਬਾਅਦ ਵਿੱਚ ਆਉਂਦੀਆਂ ਨੇ। ਨਿੱਜ ਜੀਵਨ ਤੋਂ ਗੁਲਾਮੀ ਇੱਥੋਂ ਸ਼ੁਰੂ ਹੁੰਦੀ ਹੈ। ਮਨੁੱਖ ਚਸਕਿਆਂ ਦਾ ਗੁਲਾਮ ਹੋ ਜਾਂਦਾ ਹੈ, ਮਨੁੱਖ ਵਿਕਾਰਾਂ ਦਾ ਗੁਲਾਮ ਹੋ ਜਾਂਦਾ ਹੈ। ਆਪਾਂ ਦੇਖਦੇ ਹਾਂ ਕਈ ਕਹਿੰਦੇ ਜੀ ਅਸੀਂ ਤੇ ਇਹ ਕੰਮ ਕਰਨ ਤੋਂ ਬਿਨਾਂ ਰਹਿ ਨਹੀਂ ਸਕਦੇ, ਅਸੀਂ ਤੇ ਜਿਉ ਨਹੀਂ ਸਕਦੇ। ਇਹ ਗੁਲਾਮੀ ਹੈ। ਕੋਈ ਨਸ਼ਿਆਂ ਦਾ ਗੁਲਾਮ ਹੋ ਗਿਆ, ਕੋਈ ਔਗਣਾਂ ਦਾ ਗੁਲਾਮ ਹੋ ਗਿਆ, ਸਾਰੀ ਜ਼ਿੰਦਗੀ ਗੁਲਾਮੀ 'ਚ ਹੀ ਬਤੀਤ ਹੋ ਜਾਂਦੀ ਹੈ। ਸਤਿਗੁਰੂ ਜੀ ਨੇ ਆਸਾ ਰਾਗ ਵਿੱਚ ਇਸ ਮਨੁੱਖ ਦੀ ਉੱਤਮਤਾ ਬਿਆਨ ਕਰਦਿਆਂ ਕਿ ਬੰਦਿਆ ਦੇਖ, ਪ੍ਰਥਮੇ ਤੇਰੀ ਨੀਕੀ ਜਾਤ, ਦੁਤੀਆ ਤੇਰੀ ਮਨੀ ਪਾ, ਤ੍ਰਿਤੀਆ ਤੇਰਾ ਸੁੰਦਰ ਥਾਨ, ਬਿਗੜ ਰੂਪ ਮਨ में अवमान। इस धरती में तेरी सिकदारी, अवर जोन तेरी पनिहारी। पर मनुख काम दा, क्रोध दा, लोभ दा, अहंकार दा, मोह माया दा गुलाम बन के रह गया। जिस मनुख ते वाहिगुरु जी कृपा कर दे, जाको दृष्ट मिया हर राय सा बंदी ते लई छड़ाए, उस मनुख नूं बंधना तो मुक्त कर लैंदे ने। मनुख दी जिंदगी दा मकसद बड़ा उच्चा सी, ਉਹ ਸੀ परमात्मा बनना, परमात्मा च विलीन होना। ते मनुख सोचदा मैं धनवान बन जाए ही बड़ी वड्डी गल है, ਜਾਂ मैं कोई विद्वान बन जाए बड़ी वड्डी प्राप्ति है, कोई कहना मैं डॉक्टर बन जाए बड़ी वड्डी प्राप्ति है। इदों अगे मनुख की दृष्टि जाती नहीं है कि मैं इंसान बन ਲਈ आया सा। मनुख की गुलामी का कारण यह है कि मनुख ਨੂੰ अपनी जिंदगी के आदर्श का पता नहीं लगा, निशाने का पता नहीं लगा। मनुख जो भी आदर्श बना ले ना, उस आदर्श ਨੂੰ प्राप्त करके उन्हें खुशी होती है। ਜਿਹੜਾ सोचता कि मैं डॉक्टर बनना है वो डॉक्टर बन जाता है तो खुश होंदा है कि मैं डॉक्टर बन गया हाँ। कोई कहता मैं धनवान बनना है, वो धन कमाउण विच ही खुशी महसूस करता है। पर ये जिन्नियां बाहरलियां खुशियां ने ये सदा कायम रहने वालियां नहीं है। डॉक्टर बन के खुशी तो हुंदी, पर डॉक्टर सदा खुश तो नहीं ना रहिंदा। धनवान बनने की खुशी तो है, पर धनवान होके सारे दुखों तो बंदा मुक्त नहीं ना हो जाता। होर बड़ियां परेशानियां मनुख नूं आ जांदियां ने। होर जो कुछ भी मनुख यतन करदा है वो बनदा है, बन जांदा है। जिस बन्ने मनुख दी लिव लग जाएगी, जो आदर्श मनुख जिंदगी दा मनुख अपना मिथ लेगा उन्हें प्राप्त होवेगा, यकीनन प्राप्त होएगा। मेहनत करे, जिस बन्ने लगांगे वो मिल जाएगी चीज। पर जे साडा आदर्श उच्चा होवे, लिव साडी उच्ची होवे, फिर मनुख जिंदगी अंदर हमेशा दे लई आनंदित हो जाएगा। सतगुरु साहब जी ने बचन के कि जे मनुख दी लगन आदर्श सच्चा सुच्चा नहीं है तो ये जिंदगी दी कोई महानता नहीं है। गुरु अमरदास जी महाराज दे बचन रोज पढ़दे, साची लिवै बिन दे निमानी, दे निमानी लिवे बाजों क्या करे वेचारिया। सच्ची लिव तो बिना, सच्चे आदर्श तो बिना ये शरीर विचारा बहुता निमाना जिहा ही है, कोई बहुत महान नहीं है। मनुखा जिंदगी है महान, पर जे इस जिंदगी अंदर साडा आदर्श महान होए तां असीं महान हाँ। नहीं तो सिर्फ असीं धनवान हाँ, सिर्फ असीं डॉक्टर हाँ, इदों अगे तो कुछ नहीं ना। सच्चा सुच्चा आदर्श की है मनुख की जिंदगी का, वह है परमात्मा च लिवलीन होना, परमात्मा बनना। मनुख परमात्मा बन ਲਈ आया सी। जे साडा आदर्श सुच्चा नहीं है, उच्चा नहीं है, तो सतगुरु जी ने एक वचन किया तो साडी ते हालत इवें है जिवें धेन दुधे ते बाहरी किते न आवे काम। गऊ दुध ना देवे ते ओदी कोई कदर नहीं है। गऊ दी कदर दुध करके ही है। मनुख दी कदर इस करके कि मनुख विच मनुखता होवे।
ਮਨੁੱਖ ਦੇ ਵਿੱਚ ਹੋਰ ਗੁਣ ਹੋਣ ਚੰਗੀ ਗੱਲ ਹੈ, ਉਹ ਡਾਕਟਰ ਹੋਏ, ਇੰਜੀਨੀਅਰ ਹੋਏ, ਧਨਵਾਨ ਹੋਏ, ਬਹੁਤ ਕੁਝ ਹੋਏ, ਚੰਗੀ ਗੱਲ ਹੈ। ਇਹ ਧਰਤੀ ਤੇ ਤਰੱਕੀ ਕਰਨ ਲਈ ਆਇਆ ਹੈ, ਹੋਣਾ ਚਾਹੀਦਾ। ਲੇਕਿਨ ਮਨੁੱਖ ਇਨਸਾਨ ਜ਼ਰੂਰ ਹੋਏ। ਡਾਕਟਰ ਹੁੰਦਿਆਂ ਉਹਦੇ ਅੰਦਰ ਲੋਕਾਂ ਲਈ ਪਿਆਰ ਹੋਏ, ਹਮਦਰਦੀ ਹੋਏ। ਡਾਕਟਰ ਹੁੰਦਿਆਂ ਉਹਦੇ ਮਨ 'ਚ ਲੋਕਾਂ ਦੇ ਲਈ ਤਰਸ ਦੀ ਭਾਵਨਾ ਹੋਏ। ਧਨਵਾਨ ਹੁੰਦਿਆਂ ਉਹਦੇ ਮਨ 'ਚ ਲੋਕਾਂ ਲਈ ਹਮਦਰਦੀ ਹੋਏ। ਉਹਦੇ ਮਨ 'ਚ ਇਹੀ ਨਾ ਖਿਆਲ ਹੋਏ ਕਿ ਸਭ ਕੁਝ ਮੇਰੇ ਕੋਲ ਹੀ ਆ ਜਾਏ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜੇ ਉਹ ਸੱਚੀ ਲਿਵ ਨਹੀਂ ਹੈ, ਸਾਡੇ ਅੰਦਰ ਰੱਬੀ ਗੁਣ, ਦੈਵੀ ਗੁਣ, ਇਨਸਾਨੀਅਤ ਦੇ ਗੁਣ ਪੈਦਾ ਨਹੀਂ ਹੋਣਗੇ ਕਿ ਸਾਡੀ ਦੇ ਹਾਲਤ ਇਵੇਂ ਹੋਏਗੀ ਜਿਵੇਂ ਤੇਨ ਦੁੱਧ ਤੇ ਬਾਹਰੀ ਕਿਤੇ ਨਾ ਆਵੇ ਕੰਮ। ਗਊ ਦੁੱਧ ਨਾ ਦੇਵੇ, ਉਹਦੀ ਕੋਈ ਕਦਰ ਨਹੀਂ ਹੈ, ਕੋਈ ਕੀਮਤ ਨਹੀਂ ਹੈ। ਮਨੁੱਖ ਦੇ ਅੰਦਰ ਵੀ ਉਹ ਰੱਬੀ ਗੁਣ ਨਾ ਹੋਣ ਤੇ ਮਨੁੱਖ ਕਿਸੇ ਕੰਮ ਦਾ ਨਹੀਂ ਹੈ। ਬਹੁਤ ਨੇ ਮਨੁੱਖ ਧਰਤੀ ਤੇ, ਕਿ ਸਾਰੇ ਮਨੁੱਖ ਪੂਜਨੀਕ ਹੀ ਨੇ। ਬਹੁਤ ਲੋਕਾਂ ਨੂੰ ਤੇ ਜਿਉਂਦੇ ਜੀ ਜੁੱਤੀਆਂ ਮਾਰਦੇ ਆ, ਜਿਉਂਦੇ ਜੀ ਆਪਾਂ ਉਹਨਾਂ ਨੂੰ ਲਾਹਨਤਾਂ ਪਾਉਂਦੇ ਆ। ਇਹਦਾ ਕਾਰਨ ਹੈ ਕਿ ਉਹਨਾਂ 'ਚ ਉਹ ਇਨਸਾਨੀਅਤ ਨਹੀਂ ਹੈ। ਇਨਸਾਨੀਅਤ ਤੋਂ ਬਿਨਾਂ ਮਨੁੱਖ ਐਵੇਂ ਜਿਵੇਂ ਜੋ ਜਲ ਬਿਨ ਸਾਖ ਕੋ ਮਿਲਾਵਟੀ ਉਪਜੇ ਨਾਹੀਂ ਦਾਮ। ਸਾਖ ਕਹਿੰਦੇ ਨੇ ਖੇਤੀ ਨੂੰ। ਫਸਲ ਆਪਾਂ ਬੀਜਦੇ ਆ, ਉਹਨੂੰ ਪਾਣੀ ਵੇਲੇ ਸਿਰ ਨਹੀਂ ਮਿਲਿਆ, ਉਹ ਸੁੱਕ ਜਾਏਗੀ। ਸੁੱਕੀ ਹੋਈ ਫਸਲ ਕਿਸੇ ਅਰਥ ਨਹੀਂ ਹੈ। ਮਨੁੱਖ ਵਿੱਚ ਦੈਵੀ ਗੁਣ ਨਹੀਂ ਹੈ ਤੇ ਮਨੁੱਖ ਅੰਦਰੋਂ ਸੁੱਕ ਜਾਏਗਾ, ਉਹਦੇ ਅੰਦਰੋਂ ਮਨੁੱਖਤਾ ਮਰ ਜਾਏਗੀ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਮਨੁੱਖ ਦੀ ਜ਼ਿੰਦਗੀ ਬਿਨਾਂ ਆਦਰਸ਼ ਨੂੰ ਜਾਣਨ ਤੋਂ, ਸੱਚੀ ਲਿਵ ਤੋਂ ਬਿਨਾਂ ਅਕਾਰਥੀ ਬਤੀਤ ਹੋਈ ਜਾ ਰਹੀ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਅੰਮ੍ਰਿਤਮਈ ਬਾਣੀ 'ਚ ਕਈ ਥਾਵਾਂ ਤੇ ਸਾਨੂੰ ਸਾਡੀ ਜ਼ਿੰਦਗੀ ਦੀ ਮਹਾਨਤਾ ਦਰਸਾਉਂਦਿਆਂ ਇਸ ਜ਼ਿੰਦਗੀ ਨੂੰ ਸੰਭਾਲਣ ਦੀ ਗੱਲ ਕਹੀ ਹੈ। ਸਾਹਿਬ ਕਹਿੰਦੇ ਬੀਤ ਜਾ ਹੈ ਜਨਮ ਆਕਾਜ ਰੇ। ਬੰਦਿਆ ਤੇਰੀ ਜ਼ਿੰਦਗੀ ਤੇ ਆਕਾਰਥੀ ਬਤੀਤ ਹੁੰਦੀ ਜਾ ਰਹੀ ਹੈ। ਆਕਾਰ ਦਰਤ ਕਿ ਜਿਸ ਮਕਸਦ ਲਈ ਤੂੰ ਆਇਆ ਸੀ ਉਧਰ ਤੂੰ ਲੱਗਿਆ ਹੀ ਨਹੀਂ ਅਜੇ। ਤੇਰੀ ਜ਼ਿੰਦਗੀ ਤਾਂ ਐਵੇਂ ਹੋਰਨਾਂ ਝੰਬੇਲਿਆਂ 'ਚ ਪੈ ਕੇ ਬਤੀਤ ਹੋ ਰਹੀ। ਮਨੁੱਖ ਨੇ, ਪਰਮਾਤਮਾ ਨੇ ਮਨੁੱਖ ਨੂੰ ਸੁਤੰਤਰ ਬਣਾਇਆ ਸੀ, ਪਰ ਮਨੁੱਖ ਇੱਥੇ ਆ ਕੇ ਗੁਲਾਮ ਹੋ ਗਿਆ, ਬੰਧਨਾਂ 'ਚ ਵੱਜ ਗਿਆ। ਮਨੁੱਖ ਦੇ ਦੁੱਖਾਂ ਦਾ ਕਾਰਨ ਹੋਰ ਕੋਈ ਨਹੀਂ ਹੈ। ਧਰਤੀ ਤੇ ਖਾਣ ਪੀਣ ਲਈ ਬਹੁਤ ਕੁਝ ਹੈ। ਕਦੀ ਮਨੁੱਖ ਰੋਟੀ ਤੋਂ ਬਿਨਾਂ ਭੁੱਖਾ ਨਹੀਂ ਮਰਿਆ। ਰੋਟੀ ਰੱਬ ਨੇ ਦੇਣੀ ਹੀ ਦੇਣੀ ਹੈ ਮਨੁੱਖ ਨੂੰ। ਰੋਟੀ ਪਸ਼ੂਆਂ ਨੂੰ ਮਿਲ ਰਹੀ ਹੈ, ਪੰਛੀਆਂ ਨੂੰ ਮਿਲ ਰਹੀ ਹੈ, ਹੋਰ ਅਨੇਕਾਂ ਜੀਵ ਜੰਤੂ ਜਿਹੜੇ ਨੇ ਉਹ ਪਲ ਰਹੇ ਨੇ ਧਰਤੀ ਦੇ ਉੱਪਰ। ਉਹਨਾਂ ਦੀਆਂ ਕਿਹੜੀਆਂ ਮਾਰਕੀਟਾਂ ਲੱਗਦੀਆਂ ਨੇ, ਉਹਨਾਂ ਨੇ ਕਿਹੜੇ ਬੈਂਕਾਂ 'ਚ ਪੈਸੇ ਜਮ੍ਹਾਂ ਕਰਾਏ ਨੇ, ਉਹ ਵੀ ਤੇ ਪਲ ਹੀ ਰਹੇ ਨੇ। ਮਨੁੱਖ ਰੋਟੀ ਵੱਲੋਂ ਨਹੀਂ ਕਦੀ ਮਰ ਸਕਦਾ। ਮਨੁੱਖ ਦੇ ਦੁੱਖਾਂ ਦਾ ਕਾਰਨ ਕੀ ਹੈ ਕਿ ਮਨੁੱਖ ਬੰਧਨਾਂ 'ਚ ਫਸ ਗਿਆ। ਉਹਨਾਂ ਬੰਧਨਾਂ 'ਚੋਂ ਇਹ ਛੁੱਟੇ ਨਾ ਜਿੰਨਾ ਚਿਰ, ਉਹਨਾਂ ਚਿਰ ਸੁਖੀ ਨਹੀਂ ਹੋ ਸਕਦਾ। ਨਹੀਂ ਤੇ ਕੋਈ ਦੁੱਖ ਨਹੀਂ ਹੈ ਧਰਤੀ ਤੇ। ਦੇਖੋ ਨਾ, ਸੋਹਣੇ ਘਰ ਨੇ ਸਾਡੇ ਕੋਲ, ਪਹਿਨਣ ਲਈ ਸੋਹਣੇ ਕੱਪੜੇ ਨੇ ਰੰਗ ਬਰੰਗੇ, ਆਉਣ ਜਾਣ ਲਈ ਕਿੰਨੇ ਵਧੀਆ ਸਾਧਨ ਪਰਮਾਤਮਾ ਨੇ ਸਾਨੂੰ ਦਿੱਤੇ ਨੇ। ਸੋਹਣੇ ਨਗਰਾਂ ਦੇ ਵਿੱਚ ਰਹਿ ਰਹੇ ਆ। ਤੇ ਜੇ ਅਸੀਂ ਆਪਣੇ ਸਮੁੱਚੇ ਇਸ ਨਗਰ ਦੀ ਆਬਾਦੀ ਦਾ ਮੁਲਾਂਕਣ ਕਰੀਏ, ਕਿੰਨੇ ਕੁ ਲੋਕ ਖੁਸ਼ ਨੇ, ਪ੍ਰਸੰਨ ਨੇ, ਚਾਹ ਨੇ ਜ਼ਿੰਦਗੀ ਤੋਂ। ਬਹੁਤ ਘੱਟ ਲੋਕਾਂ ਵੱਲੋਂ ਹਾਂ 'ਚ ਉੱਤਰ ਮਿਲੇਗਾ। ਉਹਦਾ ਕਾਰਨ ਕਿ ਅਸੀਂ ਬੰਧਨਾਂ 'ਚ ਫਸ ਗਏ ਹਾਂ। ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਉਹ ਬੰਧਨਾਂ ਵਿੱਚ ਫਸਣ ਦਾ ਕਾਰਨ ਕੀ ਹੈ। ਬੰਧਨਾਂ ਵਿੱਚ ਫਸ ਕੇ ਜ਼ਿੰਦਗੀ ਅਕਾਰਥ ਜਾ ਰਹੀ ਹੈ। ਉਹ ਬੰਧਨਾਂ 'ਚ ਅਸੀਂ ਕਿਵੇਂ ਫਸੇ ਹਾਂ ਤੇ ਉਹਨਾਂ ਬੰਧਨਾਂ ਤੋਂ ਮੁਕਤ ਹੋ ਕੇ ਜ਼ਿੰਦਗੀ ਨੂੰ ਸਫਲ ਬਣਾਉਣ ਦਾ ਰਸਤਾ ਕੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ ਅੱਜ ਦੇ ਮੁੱਖ ਵਾਕ ਰਾਹੀਂ। ਆਓ ਆਪਾਂ ਮਿਲ ਕੇ ਗੁਰੂ ਕੇ ਇਸ ਪਾਵਨ ਮੁੱਖ ਵਾਕ ਦੀ ਵਿਚਾਰ ਸਾਂਝੀ ਕਰੀਏ। ਸਤਿਗੁਰੂ ਜੀ ਦੇ ਪਿਆਰ ਵਿੱਚ ਜੁੜਦਿਆਂ ਮਨ ਬਿਰਤੀਆਂ ਨੂੰ ਟਿਕਾਉਣ ਹਿਤ ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਾਰੰਗ ਮਹਿਲਾ ਨੌਵਾਂ। ਕਹਾਂ ਨਰ ਆਪਣੋ ਜਨਮ ਗਵਾਵੇ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਉਹ ਭਾਈ, ਐ ਮਨੁੱਖ, ਤੂੰ ਕਿਉਂ ਆਪਣਾ ਜਨਮ ਅਕਾਰਥੀ ਗਵਾਈ ਜਾ ਰਿਹਾ ਹੈ। ਸਤਿਗੁਰੂ ਜੀ ਨੇ ਗੌੜੀ ਰਾਗ 'ਚ ਇੱਕ ਬਚਨ ਕਿਹਾ, ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਆ, ਬਿਰਥਾ ਕਾਹੇ ਗਵਾਵੋ। ਭਾਈ ਪਰਮਾਤਮਾ ਦੇ ਗੁਣ ਗਾਇਆ ਕਰੋ, ਉਹਦੀ ਕੀਰਤੀ ਕਰਿਆ ਕਰੋ। ਇਹ ਮਨੁੱਖਾ ਜ਼ਿੰਦਗੀ ਅਮੋਲਕ ਹੈ, ਇਹਨੂੰ ਬਿਰਥਾ ਕਿਉਂ ਗਵਾਈ ਜਾਂਦੇ ਹੋ, ਅਕਾਰਥ ਕਿਉਂ ਗਵਾਈ ਜਾਂਦੇ ਹੋ। ਬਿਨਾਂ ਹੀ ਅਰਥ ਤੋਂ ਤੁਰੀ ਜਾ ਰਹੀ।
ਮਨੁੱਖ ਸੋਚਦਾ ਮੈਂ ਤੇ ਬਹੁਤ ਕੰਮ ਕਰ ਰਿਹਾ, ਅਕਾਰਥ ਨਹੀਂ ਹੈ ਜ਼ਿੰਦਗੀ, ਮੈਂ ਬੜੇ ਕੰਮ ਕਰਦਾ ਹਾਂ, ਬਹੁਤ ਤਗੜਾ ਕਾਰੋਬਾਰ ਹੈ ਮੇਰਾ। ਇਹ ਸਭ ਕੁਝ ਦਾ ਪਤਾ ਤੇ ਉਦੋਂ ਲੱਗਦਾ ਹੈ ਜਦੋਂ ਅਸੀਂ ਖਾਲੀ ਹੱਥ ਜਾਂਦੇ ਹਾਂ, ਫਿਰ ਪਤਾ ਲੱਗਦਾ ਕਿ ਜ਼ਿੰਦਗੀ ਤੇ ਅਕਾਰਥ ਹੀ ਗਵਾ ਦਿੱਤੀ। ਜਿਨ੍ਹਾਂ ਚੀਜ਼ਾਂ ਦੀ ਖਾਤਰ ਜ਼ਿੰਦਗੀ ਬਤੀਤ ਕਰਦੇ ਹੋ ਤੇ ਕੰਮ ਹੀ ਕੋਈ ਨਹੀਂ ਆਈ। ਕਿਸੇ ਮਨੁੱਖ ਦੀ ਖਾਤਰ, ਕਿਸੇ ਵਸਤੂ ਦੀ ਖਾਤਰ ਅਸੀਂ ਯਤਨ ਕਰੀਏ, ਟਾਈਮ ਲਗਾਈਏ, ਪੈਸਾ ਖਰਚੀਏ, ਮੌਕੇ ਤੇ ਉਹ ਕੰਮ ਨਾ ਆਵੇ, ਅਸੀਂ ਕਹਿੰਦੇ ਤੇ ਐਵੇਂ ਟਾਈਮ ਹੀ ਬਰਬਾਦ ਕੀਤਾ ਇਹਦੀ ਖਾਤਰ, ਅਸੀਂ ਇਹਦਾ ਤੇ ਲਾਭ ਹੀ ਕੋਈ ਨਹੀਂ ਹੋਇਆ, ਇਹ ਤੇ ਟਾਈਮ ਬਰਬਾਦ ਕਰ ਲਿਆ ਸੀ। ਸਤਿਗੁਰੂ ਜੀ ਕਹਿੰਦੇ ਇਹ ਦੁਨਿਆਵੀ ਤੌਰ ਤੇ ਜੋ ਕੁਝ ਅਸੀਂ ਕਰ ਰਹੇ ਹਾਂ, ਦੇਖੋ ਉਦਮ ਕਰਨਾ, ਮਿਹਨਤ ਕਰਨਾ ਸਾਡਾ ਫਰਜ਼ ਹੈ, ਕਰਨੀ ਚਾਹੀਦੀ ਹੈ। ਪਰ ਮਨੁੱਖ ਉਦਮ ਤੋਂ ਵੱਧਦਾ ਵੱਧਦਾ ਇਸ ਪਾਸੇ ਚਲ ਗਿਆ ਕਿ ਉਦਮ ਸ਼ਾਇਦ ਸਿਰਫ ਤਾਂ ਸਿਰਫ ਦੁਨਿਆਵੀ ਪਦਾਰਥ ਇਕੱਤਰ ਕਰਨ ਲਈ ਹੀ ਹੈ। ਮਨੁੱਖ ਬਹੁਤ ਉਦਮ ਕਰਦਾ ਹੈ, ਇੰਨਾ ਉਦਮ ਕਰਦਾ ਹੈ, ਇੰਨੀ ਮਿਹਨਤ ਕਰਦਾ ਹੈ ਕਿ ਉਹ ਮਿਹਨਤ ਕਰਦਿਆਂ ਆਪਣੇ ਸਰੀਰ ਦਾ ਵੀ ਧਿਆਨ ਨਹੀਂ ਰੱਖਦਾ। ਸਰੀਰ ਵੱਲੋਂ ਲਾਪਰਵਾਹੀ ਹੋ ਜਾਂਦੀ ਹੈ, ਸਰੀਰ ਰੋਗੀ ਹੋ ਜਾਂਦਾ ਹੈ। ਇਹ ਸਰੀਰ ਰੋਗੀ ਹੋਣ ਦਾ ਕਾਰਨ ਅਸੀਂ ਮਿਹਨਤ ਹੀ ਕਰਦੇ ਹਾਂ, ਓਵਰਕਮ ਕਰਦੇ ਹਾਂ, ਜਾਂ ਇਵੇਂ ਕਹਿ ਲਓ ਕੰਮ ਵੱਲ ਧਿਆਨ ਹੈ, ਸਰੀਰ ਵੱਲ ਧਿਆਨ ਨਹੀਂ ਹੈ, ਜ਼ਿੰਦਗੀ ਵੱਲ ਧਿਆਨ ਨਹੀਂ ਹੈ। ਇੰਨੀ ਮਿਹਨਤ ਕਰਦਾ ਹੈ ਬੰਦਾ ਕਿ ਮਿਹਨਤ ਕਰ ਕਰਕੇ ਇਹਦਾ ਸਰੀਰ ਰੋਗੀ ਹੋ ਜਾਂਦਾ ਹੈ। ਪਰ ਜਿੰਨਾ ਚੀਜ਼ਾਂ ਲਈ ਇਹ ਮਿਹਨਤ ਕਰਦਾ ਹੈ ਉਹ ਚੀਜ਼ਾਂ ਤੇ ਕੰਮ ਹੀ ਨਹੀਂ ਆਉਂਦੀਆਂ, ਉਹ ਚੀਜ਼ਾਂ ਤੇ ਸਾਥ ਨਹੀਂ ਦਿੰਦੀਆਂ, ਨਾ ਕੋਈ ਮਨੁੱਖ ਸਾਥ ਦਿੰਦਾ ਹੈ। ਇਹ ਦੁਨੀਆ ਦਾ ਇੱਕ ਸੁਭਾਵ ਹੈ। ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ, ਚਾਹੂੰ ਦਿਸ ਕੇ ਰਹਿ ਬਿਵਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰੇ। ਜਦੋਂ ਕੋਈ ਨੇੜੇ ਨਹੀਂ ਲੱਗਦਾ ਅਸੀਂ ਕਹਿੰਦੇ ਇਹਨਾਂ ਦੀ ਖਾਤਰ ਇਹਨਾਂ ਕੁਝ ਕੀਤਾ, ਜਿਹੜੇ ਹੁਣ ਪਾਣੀ ਵੀ ਨਹੀਂ ਪਿਆਉਂਦੇ। ਇਸ ਦੁਨੀਆ ਤੋਂ ਚਲੇ ਜਾਣ ਦਾ ਦੁੱਖ ਕੋਈ ਨਹੀਂ ਹੈ। ਜਿਹਨੂੰ ਅਸੀਂ ਮੌਤ ਦਾ ਨਾਮ ਦਿੱਤਾ ਹੈ, ਮੌਤ ਇੰਨੀ ਡਰਾਉਣੀ ਨਹੀਂ ਹੈ, ਜਾਂ ਸਰੀਰਕ ਤੌਰ ਤੇ ਇਸ ਧਰਤੀ ਤੋਂ ਜਾਣਾ ਕੋਈ ਇੰਨਾ ਦੁਖਦਾਈ ਨਹੀਂ ਹੈ। ਦੁਖਦਾਈ ਤਾਂ ਇਹ ਚੀਜ਼ ਹੈ ਕਿ ਜਿਨ੍ਹਾਂ ਲੋਕਾਂ ਦੀ ਖਾਤਰ ਮੈਂ ਇੰਨਾ ਕੁਝ ਕੀਤਾ, ਉਹ ਅਖੀਰ ਵੇਲੇ ਮੇਰੀ ਬਾਤ ਹੀ ਨਹੀਂ ਪੁੱਛਦੇ, ਨੇੜੇ ਨਹੀਂ ਲੱਗਦੇ, ਕੋਈ ਸਾਥ ਨਹੀਂ ਦਿੰਦਾ। ਹੁਣ ਇਸ ਵੇਲੇ ਦੁੱਖ ਇਸ ਗੱਲ ਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਹਾ ਨਾਰ ਆਪਣੋ ਜਨਮ ਗਵਾਵੇ, ਉਹ ਬੰਦਿਆ ਕਿਉਂ ਤੂੰ ਐਵੇਂ ਆਪਣੀ ਜ਼ਿੰਦਗੀ ਅਕਾਰਥੀ ਗਵਾਈ ਜਾ ਰਹੀ ਹੈ। ਜ਼ਿੰਦਗੀ ਤੇਰੀ ਅਕਾਰਥ। ਚਾਹੀਦਾ ਤਾਂ ਸੀ ਕਿ ਤੂੰ ਪਰਮਾਤਮਾ ਦੇ ਗੁਣ ਗਾਉਂਦਾ, ਪਰ ਤੂੰ ਤਾਂ ਮਾਇਆ ਦੇ ਗੁਣ ਗਾਉਣ ਲੱਗ ਪਿਆ। ਚਾਹੀਦਾ ਸੀ ਕਿ ਤੂੰ ਪਰਮਾਤਮਾ ਦੀ ਸ਼ਰਨ ਵਿੱਚ ਆਉਂਦਾ, ਪਰ ਤੂੰ ਤਾਂ ਮਾਇਆ ਦੀ ਸ਼ਰਨ 'ਚ ਹੀ ਆ ਗਿਆ, ਪਦਾਰਥਾਂ ਦੀ ਸ਼ਰਨ 'ਚ ਹੀ ਪੈ ਗਿਆ। ਹੁਣ ਮਾਇਆ ਦੀ ਸ਼ਰਨ 'ਚ ਪੈ ਕੇ ਮਨੁੱਖ ਹੁਣ ਮਾਇਆ ਦੇ ਗੁਣ ਗਾਏਗਾ ਨਾ। ਮਾਇਆ ਦੀ ਸ਼ਰਨ 'ਚ ਪੈ ਕੇ ਮਨੁੱਖ ਦਾ ਸੁਭਾਅ ਮਾਇਆ ਵਰਗਾ ਹੀ ਬਣੇਗਾ ਨਾ। ਇਸ ਕਰਕੇ ਇਹਦਾ ਸੁਭਾਅ ਵੀ ਉਹੋ ਜਿਹਾ ਬਣ ਗਿਆ। ਮਾਇਆ ਚੰਚਲ ਹੈ, ਮਨੁੱਖ ਵੀ ਚੰਚਲ ਬਣ ਗਿਆ। ਮਾਇਆ ਥਿਰ ਨਹੀਂ ਹੈ, ਇਹਦੇ ਕੋਲ ਜੋ ਕੁਝ ਹੈ ਉਹ ਵੀ ਥਿਰ ਨਹੀਂ ਹੈ। ਗੁਰੂ ਬਾਬਾ ਜੀ ਕਹਿੰਦੇ ਕਹਾ ਨਾਰ ਆਪਣੋ ਜਨਮ ਗਵਾਵੇ, ਉਹ ਬੰਦਿਆ ਕਿਉਂ ਤੂੰ ਐਵੇਂ ਆਪਣੀ ਜ਼ਿੰਦਗੀ ਅਕਾਰਥੀ ਗਵਾਈ ਜਾ ਰਿਹਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਪਵਿੱਤਰ ਸ਼ਲੋਕ ਅਸੀਂ ਸਰਵਣ ਕਰਨੇ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਜੇ ਐਸ ਜ਼ਿੰਦਗੀ ਅੰਦਰ ਗੋਬਿੰਦ ਦੇ ਗੁਣ ਨਹੀਂ ਗਾਏ ਤੇ ਜ਼ਿੰਦਗੀ ਅਕਾਰਥ ਹੈ। ਗੋਬਿੰਦ ਦੇ ਗੁਣ ਦਾ ਅਰਥ ਇਹ ਹੈ ਉਸ ਪਰਮ ਪਿਤਾ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਕੇ ਉਹੋ ਜਿਹੇ ਕੰਮ ਕਰਨੇ ਜੋ ਵਾਹਿਗੁਰੂ ਜੀ ਦਾ ਸੁਭਾਅ ਹੈ, ਉਸ ਅਨੁਸਾਰ ਧਰਤੀ ਤੇ ਵਿਚਰਨਾ, ਇਹ ਗੁਣ ਗਾਉਣਾ ਹੈ। ਭਾਵ ਜੇ ਵਾਹਿਗੁਰੂ ਪਰਉਪਕਾਰ ਕਰਦਾ ਹੈ ਅਸੀਂ ਵੀ ਪਰਉਪਕਾਰ ਕਰੀਏ, ਵਾਹਿਗੁਰੂ ਸਰਬੱਤ ਦਾ ਭਲਾ ਕਰਦਾ ਅਸੀਂ ਸਰਬੱਤ ਦੇ ਭਲੇ ਲਈ ਯਤਨ ਕਰੀਏ। ਇਹ ਹੈ ਪ੍ਰਮਾਤਮਾ ਦੇ ਗੁਣ ਗਾਉਣਾ। ਗੁਰੂ ਸਾਹਿਬ ਜੀ ਕਹਿੰਦੇ ਬੰਦਿਆ ਤੂੰ ਕਿਉਂ ਐਵੇਂ ਆਪਣੀ ਜ਼ਿੰਦਗੀ ਬਿਰਥਾ ਹੀ ਗਵਾਈ ਜਾ ਰਿਹਾ ਹੈ, ਕਿਉਂਕਿ ਜਿੰਨਾ ਕੰਮਾਂ 'ਚ ਤੂੰ ਲੱਗੇ ਹੈ ਇਹਨਾਂ 'ਚ ਕੋਈ ਵੀ ਵਸਤੂ ਤੇਰੇ ਸਾਥ ਨਹੀਂ ਜਾਣੀ, ਕਿਸੇ ਨੇ ਤੇਰੇ ਨਾਲ ਨਹੀਂ ਨਿਭਣਾ। ਇਸ ਕਰਕੇ ਇਹਨਾਂ 'ਚ ਪੈ ਕੇ ਤੂੰ ਐਵੇਂ ਆਪਣਾ ਜਨਮ ਅਕਾਰਥ ਗਵਾ ਰਿਹਾ ਹੈ। ਮਾਇਆ ਮਦ ਵਿਖਿਆ ਰਸ ਰਚਿਓ, ਰਾਮ ਸਰਣ ਨਹੀਂ ਆਵੇ। ਮਾਇਆ ਮਦ ਕਹਿੰਦੇ ਨੇ ਨਸ਼ੇ ਨੂੰ। ਤੂੰ ਮਾਇਆ ਦੇ ਨਸ਼ੇ 'ਚ ਹੀ ਤੁਰਿਆ ਫਿਰਦਾ ਹੈ। ਵਿਖਿਆ ਦਾ ਅਰਥ ਹੈ ਵਿਸ਼ੇ ਵਿਕਾਰ, ਵਿਖਿਆ ਦਾ ਅਰਥ ਹੈ ਯੈਰ।
ਤੂੰ ਇਹ ਮਾਇਆ ਦੇ ਨਾਲ ਜੁੜ ਕੇ ਜ਼ਹਿਰ ਵਿੱਚ ਹੀ ਖਚਤ ਹੋ ਗਿਆ, ਇਹਨਾਂ ਰਸਾਂ 'ਚ ਹੀ ਲੱਗ ਗਏ। ਤੂੰ ਜ਼ਿੰਦਗੀ 'ਚ ਕਦੀ ਰਾਮ ਪ੍ਰਭੂ ਦੀ ਸ਼ਰਨ 'ਚ ਆਉਣ ਦਾ ਯਤਨ ਹੀ ਨਹੀਂ ਕੀਤਾ, ਉਹਦੇ ਪਿਆਰ 'ਚ ਜੁੜਿਆ ਹੀ ਨਹੀਂ ਤੂੰ। ਸਾਰੀ ਜ਼ਿੰਦਗੀ ਤੇਰੀ ਜਿਹੜੀ ਹੈ ਉਹ ਮਾਇਆ ਦੀ ਮਸਤੀ ਵਿੱਚ ਹੀ ਬਤੀਤ ਹੋ ਜਾਂਦੀ ਹੈ। ਗੁਰੂ ਸਾਹਿਬ ਜੀ ਕਹਿੰਦੇ ਕਿ ਮਨੁੱਖ ਦੀ ਹਾਲਤ ਇਹ ਹੈ ਕਿ ਮਾਇਆ ਵਿੱਚ ਮਸਤ ਹੋ ਕੇ ਇਹਨੂੰ ਬੋਲਣਾ ਵੀ ਨਹੀਂ ਆਉਂਦਾ ਕਿ ਕੀ ਬੋਲਣਾ, ਇਹਨੂੰ ਪਰਮਾਤਮਾ ਨਜ਼ਰ ਨਹੀਂ ਆਉਂਦਾ। ਮਾਇਆ ਮਦ ਮਾਤਾ ਹੋਛੀ ਬਾਤਾ ਮਿਲ ਨਾ ਜਾਈ ਭਰਮ ਤੜਾ। ਇਹ ਬੰਦਾ ਤੇ ਮਾਇਆ ਦੇ ਵਿੱਚ ਮਸਤ ਹੋਛੀਆਂ ਗੱਲਾਂ ਕਰਦਾ ਹੈ, ਇਹ ਪਰਮਾਤਮਾ ਨਾਲ ਕਿਵੇਂ ਜੁੜੇਗਾ? ਸਤਿਗੁਰੂ ਜੀ ਕਹਿੰਦੇ ਸਾਰੀ ਜ਼ਿੰਦਗੀ ਤੇਰੀ ਵਿਖਿਆ ਰਸਾਂ 'ਚ ਰਚ ਕੇ ਬਤੀਤ ਹੋ ਜਾਂਦੀ ਹੈ, ਤੂੰ ਪਰਮਾਤਮਾ ਦੀ ਸ਼ਰਨ 'ਚ ਆਉਂਦਾ ਹੀ ਨਹੀਂ, ਪਰਮਾਤਮਾ ਦੇ ਪਿਆਰ 'ਚ ਜੁੜਦਾ ਹੀ ਨਹੀਂ। ਮਕਸਦ ਤਾਂ ਸੀ ਕਿ ਜਿਸ ਪਰਮਾਤਮਾ ਨੇ ਭੇਜਿਆ ਉਹਦੇ ਪਿਆਰ ਵਿੱਚ ਜੁੜੇ ਰਹੀਏ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਕਿ ਵਾਹਿਗੁਰੂ ਜੀ ਦੇ ਦਰ ਤੋਂ ਆਉਣ ਲੱਗਿਆਂ ਮਨੁੱਖ ਨੇ ਪਰਮਾਤਮਾ ਨਾਲ ਇਹ ਇਕਰਾਰ ਕੀਤਾ ਸੀ ਕਿ ਵਾਹਿਗੁਰੂ ਜੀ ਧਰਤੀ ਤੇ ਜਾ ਕੇ ਤੁਹਾਡੇ ਗੁਣ ਗਾਵਾਂਗਾ, ਸਤ ਸੰਗਤ ਕਰਿਆ ਕਰਾਂਗਾ। ਪਰ ਇੱਥੇ ਆ ਕੇ ਇਹਨੂੰ ਸਭ ਕੁਝ ਭੁੱਲ ਗਿਆ। ਅਸਨ ਬਸਨ ਸੰਗ ਲੀਨੇ ਔ ਬਚਨ ਕੀਨੇ ਜਨਮ ਧਾਰ ਸਾਧ ਸੰਗ ਸ੍ਰੀ ਗੁਰ ਆਰਾਧ ਹੈ। ਅਸਨ ਬਸਨ ਦਾ ਅਰਥ ਹੈ ਕਿ ਖਾਣ ਪੀਣ ਪਹਿਨਣ ਦੀਆਂ ਵਸਤੂਆਂ ਲੈ ਕੇ ਵਾਹਿਗੁਰੂ ਜੀ ਦੇ ਨਾਲ ਬਚਨ ਕਰਕੇ ਕਿ ਜਨਮ ਧਾਰ ਸਾਧ ਸੰਗ ਸ੍ਰੀ ਗੁਰ ਆਰਾਧ ਹੈ। ਮਹਾਰਾਜ ਜ਼ਿੰਦਗੀ 'ਚ ਸਤ ਸੰਗਤ ਰਹੀ ਤੁਹਾਨੂੰ ਮੈਂ ਆਰਾਧਾਂਗਾ, ਤੁਹਾਡੇ ਪਿਆਰ 'ਚ ਜੁੜਾਂਗਾ। ਪਰ ਇਹਾਂ ਆਏ ਦਾਤਾ ਬਿਸਰਾਏ ਦਾਸੀ ਸੰਗ ਲਪਟਾਏ ਪੰਜ ਭੂਤ ਦੂਤ ਭ੍ਰਮਤ ਅਸਾਧ ਹੈ। ਪਰ ਜਦੋਂ ਇੱਥੇ ਆਇਆ ਦਾਤਾ ਭੁੱਲ ਗਿਆ, ਮਾਇਆ ਦਾ ਇਹੋ ਜਿਹਾ ਪ੍ਰਭਾਵ ਪਿਆ, ਲਿਵ ਛੁੜਕੀ ਤ੍ਰਿਸ਼ਨਾ ਲੱਗੀ ਮਾਇਆ ਅਮਰ ਵਰਤਾਇਆ। ਮਾਇਆ ਦੀ ਚਮਕ ਦਮਕ ਨੇ, ਮਾਇਆ ਦੇ ਪ੍ਰਭਾਵ ਨੇ ਇਹਨੂੰ ਆਪਣੀ ਗ੍ਰਿਫਤ ਵਿੱਚ ਲੈ ਲਿਆ, ਇਹਨੂੰ ਪਰਮਾਤਮਾ ਭੁੱਲ ਗਿਆ ਤੇ ਪਰਮਾਤਮਾ ਨਾਲੋਂ ਟੁੱਟਣ ਦਾ ਇਹਨੂੰ ਹਰਜਾਨਾ ਭੋਗਣਾ ਪਿਆ ਕਿ ਪੰਜਾਂ ਦੂਤਾਂ ਨੇ ਇਹਨੂੰ ਕਾਬੂ ਕਰ ਲਿਆ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੇ ਇਹਨੂੰ ਆਪਣੇ ਕਾਬੂ ਵਿੱਚ ਲੈ ਲਿਆ। ਹੁਣ ਉਹਨਾਂ ਦੇ ਅਧੀਨ ਹੀ ਤੁਰਿਆ ਫਿਰਦਾ ਹੈ, ਉਹਨਾਂ ਦਾ ਗੁਲਾਮ ਬਣ ਕੇ ਤੁਰਿਆ ਫਿਰਦਾ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਮਾਇਆ ਮਦ ਵਿਖਿਆ ਰਸ ਰਚਿਓ। ਉਹ ਭਾਈ ਤੂੰ ਮਾਇਆ ਦੀ ਮਸਤੀ ਵਿੱਚ ਵਿਸ਼ੇ ਵਿਕਾਰਾਂ ਦੇ ਰਸਾਂ ਵਿੱਚ ਹੀ ਜੁੜਿਆ ਰਹਿਣਾ, ਤੂੰ ਕਿਉਂ ਆਪਣੀ ਜ਼ਿੰਦਗੀ ਇਕਾਰਥ ਗਵਾ ਰਿਹਾ ਹੈ? ਰਾਮ ਸ਼ਰਨ ਨਹੀਂ ਆਵੇ, ਤੂੰ ਪਰਮਾਤਮਾ ਦੀ ਸ਼ਰਨ 'ਚ ਕਿਉਂ ਨਹੀਂ ਆਉਂਦਾ? ਪਰਮਾਤਮਾ ਦੇ ਪਿਆਰ 'ਚ ਕਿਉਂ ਨਹੀਂ ਜੁੜਦਾ? ਪਰਮਾਤਮਾ ਦੀ ਸ਼ਰਨ ਦਾ ਅਰਥ ਹੈ ਕਿ ਉਸ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਕੇ ਜੋ ਜਿਸ ਮਕਸਦ ਲਈ ਵਾਹਿਗੁਰੂ ਜੀ ਨੇ ਜ਼ਿੰਦਗੀ ਦਿੱਤੀ ਹੈ ਉਸ ਮਕਸਦ ਲਈ ਵਿਚਰਨਾ, ਉਹੋ ਜਿਹੇ ਕੰਮ ਕਰਨੇ, ਇਹ ਪਰਮਾਤਮਾ ਦੀ ਸ਼ਰਨ ਹੈ। ਜਦੋਂ ਅਸੀਂ ਗੁਰੂ ਦੀ ਸ਼ਰਨ ਦੀ ਗੱਲ ਕਰਦੇ ਹਾਂ, ਪਰਮਾਤਮਾ ਦੀ ਸ਼ਰਨ ਦੀ ਗੱਲ ਕਰਦੇ ਹਾਂ, ਸ਼ਰਨ ਦਾ ਅਰਥ ਇਹ ਹੀ ਹੈ ਆਪਣੇ ਮਨ ਮਰਜ਼ੀ ਤਿਆਗ ਦੇਣੀ, ਜਿਹਦੀ ਸ਼ਰਨ ਲਈ ਹੈ ਉਹਦੇ ਹੁਕਮ ਅਨੁਸਾਰ ਚੱਲਣਾ, ਉਹਦੀ ਆਗਿਆ ਅਨੁਸਾਰ ਚੱਲਣਾ। ਗੁਰੂ ਦੀ ਸ਼ਰਨ ਦਾ ਅਰਥ ਵੀ ਹੈ ਕਿ ਗੁਰੂ ਕੀ ਸ਼ਰਨ ਚ ਆਏ ਆ, ਜੋ ਗੁਰੂ ਕਹਿੰਦਾ ਉਹੀ ਸਾਨੂੰ ਵਧੀਆ ਲੱਗੇ ਹੋਣ। ਹੁਣ ਮਨ ਦੀ ਮਤ ਨਹੀਂ ਚੱਲੇਗੀ। ਵਾਹਿਗੁਰੂ ਦੀ ਸ਼ਰਨ ਦਾ ਅਰਥ ਇਹ ਹੈ ਕਿ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਆ, ਜੋ ਕਾਰਜ ਵਾਹਿਗੁਰੂ ਜੀ ਕਰ ਰਿਹਾ ਹੈ ਉਹ ਕਾਰਜ ਅਸੀਂ ਕਰੀਏ। ਇਹ ਮਨੁੱਖ ਨੂੰ ਵਾਹਿਗੁਰੂ ਜੀ ਨੇ ਆਪਣਾ ਨੁਮਾਇੰਦਾ ਬਣਾ ਕੇ ਭੇਜਿਆ ਇਸ ਧਰਤੀ ਤੇ। ਪਰਮਾਤਮਾ ਨੇ ਧਰਤੀ ਬਣਾਈ ਹੈ, ਮਨੁੱਖ ਬਣਾਇਆ ਹੈ, ਬਾਕੀ ਇਸ ਧਰਤੀ ਤੇ ਸਿਰਜਣਾ ਮਨੁੱਖ ਨੇ ਕੀਤੀ ਹੈ ਤੇ ਮਨੁੱਖ ਨੇ ਹੀ ਕਰਨੀ ਹੈ। ਕੋਈ ਚਮਤਕਾਰ ਨਹੀਂ ਹੋਣਾ ਕਿ ਰੱਬ ਆਪ ਆ ਕੇ ਕਰੇਗਾ। ਰੱਬ ਮਨੁੱਖ ਦੇ ਅੰਦਰ ਬੈਠਾ ਹੋਇਆ, ਰੱਬ ਮਨੁੱਖ ਦੇ ਅੰਦਰ ਬੈਠਾ ਹੋਇਆ ਹੈ। ਮਨੁੱਖ ਨੇ ਸਭ ਕੁਝ ਕਰਨਾ ਹੈ, ਸਮਾਜ ਨੂੰ ਉੱਚੀਆਂ ਚੁੱਕਣਾ, ਸਮਾਜ ਨੂੰ ਬੁਰਾਈਆਂ ਤੋਂ ਮੁਕਤ ਕਰਨਾ। ਅਸੀਂ ਧਰਮ ਦੀ ਦੁਨੀਆ 'ਚ ਕਈ ਵਾਰੀ ਜਜ਼ਬਿਆਂ ਦੇ ਵੇਗ 'ਚ ਜਾਂਦੇ, ਪਤਾ ਕੀ ਕਹਿੰਦੇ, ਹੁਣ ਰੱਬ ਵੀ ਕੋਈ ਕਰਾਮਾਤ ਕਰੇਗਾ, ਕਿਸੇ ਨੂੰ ਭੇਜੇਗਾ ਤੇ ਫੇਰ ਹੀ ਹੋਏਗਾ। ਅਸੀਂ ਜਦੋਂ ਮਿਲਦੇ ਨਾ ਆਪਸ ਵਿੱਚ ਇੱਕ ਬਚਨ ਕਹਿੰਦੇ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਦਾ ਅਰਥ ਹੁੰਦਾ ਜਿਹੜਾ ਅੰਦਰੋਂ ਪਵਿੱਤਰ ਹੈ। ਖਾਲਸਾ ਕੇਵਲ ਬਾਹਰਲੇ ਲਿਬਾਸ ਨੂੰ ਨਹੀਂ ਕਿਹਾ, ਜਿਹੜਾ ਅੰਦਰੋਂ ਪੂਰਨ ਤੌਰ ਤੇ ਅਵੇਅਰ ਹੈ, ਜਾਗਰੂਕ ਹੈ, ਪੂਰਨ ਤੌਰ ਤੇ ਪ੍ਰਕਾਸ਼ਮਾਨ ਹੈ। ਜਿਹੜਾ ਅੰਦਰੋਂ ਉਹ ਜਿਹੜਾ ਅੰਦਰੋਂ ਪ੍ਰਕਾਸ਼ਮਾਨ ਹੈ ਉਹ ਵਾਹਿਗੁਰੂ ਜੀ ਦਾ ਹੁੰਦਾ ਹੈ। ਉਹ ਸਭ ਕੁਝ ਉਸ ਨੂੰ ਵਾਹਿਗੁਰੂ ਜੀ ਦਾ ਹੀ ਨਜ਼ਰ ਆਉਂਦਾ ਹੈ, ਉਹ ਵਾਹਿਗੁਰੂ ਦਾ ਬੰਦਾ ਬਣ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਇਹ ਖਾਲਸਾ ਵਾਹਿਗੁਰੂ ਜੀ ਦਾ ਹੈ।
वाहिगुरु जी की फतेह। इस खालसे ने धरती ते वाहिगुरु जी की फतेह करनी है। वाहिगुरु जी की फतेह की है कि रब ने मनुखता बनाई, मनुखता सुखी बसे। रब ने इस धरती ते जो कुछ बनाया है धरती सोहनी रहे, ਇਹਦੇ ਵਿੱਚ ਵਾਹਿਗੁਰੂ ਜੀ ਦੀ ਫਤਿਹ ਕਿ ਇਹ ਧਰਤੀ ਬੇਗੁੰਮਪੁਰਾ ਬਣੇ। ਖਾਲਸਾ ਵਾਹਿਗੁਰੂ ਜੀ ਦਾ ਹੈ, ਇਹਨੇ ਵਾਹਿਗੁਰੂ ਜੀ ਕੀ ਫਤਿਹ ਲਈ ਵਿਚਰਨਾ ਹੈ। ਵਾਹਿਗੁਰੂ ਜੀ ਕੀ ਫਤਿਹ ਇਸ ਧਰਤੀ ਤੇ ਕਰਨੀ, ਜਿਹਨੂੰ ਕਹਿੰਦੇ ਆ ਕੋਈ ਰਾਮ ਰਾਜ ਕਹਿੰਦਾ ਹੈ, ਕੋਈ ਬੇਗੁੰਮਪੁਰਾ ਕਹਿੰਦਾ ਹੈ, ਜਿਹਨੂੰ ਹਲੇਮੀ ਰਾਜ ਕਹਿੰਦੇ, ਉਹ ਰਾਜ ਵਾਹਿਗੁਰੂ ਜੀ ਦਾ ਰਾਜ ਇਸ ਧਰਤੀ ਤੇ ਖਾਲਸੇ ਨੇ ਕਰਨਾ ਸੀ। ਹੁਣ ਆਪਣੇ ਆਪ ਨੂੰ ਖਾਲਸੇ ਖਾਉਣ ਵਾਲੇ ਵੀ ਜਿਹੜੇ ਜਫੇ ਮਾਰਨ ਤੱਕ ਹੀ ਸੀਮਤ ਹੋ ਗਏ, ਉਹ ਵੀ ਲੜਾਈਆਂ ਝਗੜਿਆਂ ਤੋਂ ਅੱਗੇ ਵੱਧ ਨਹੀਂ ਸਕੇ। ਥੋੜੇ ਜਿਹੇ ਸਵਾਰਥਾਂ ਪਿੱਛੇ ਲੱਗ ਕੇ, ਹੋਛੀਆਂ ਜੀਆਂ ਗੱਲਾਂ ਪਿੱਛੇ ਧੜੇਬੰਦੀਆਂ 'ਚ ਵੰਡੇ ਗਏ। ਇਸ ਕਰਕੇ ਇਸ ਧਰਤੀ ਤੇ ਅਸੀਂ ਆਏ ਸਾਂ ਵਾਹਿਗੁਰੂ ਜੀ ਦੀ ਸ਼ਰਨ ਚਾਉਣ ਦੇ ਲਈ। ਜਦੋਂ ਵਾਹਿਗੁਰੂ ਜੀ ਦੀ ਸ਼ਰਨ ਚਾਵਾਂਗੇ ਫਿਰ ਵਾਹਿਗੁਰੂ ਜੀ ਦਾ ਹੀ ਕੰਮ ਕਰਾਂਗੇ ਆਪਾਂ। ਜੋ ਵਾਹਿਗੁਰੂ ਜੀ ਦੇ ਕੰਮ ਨੇ ਉਹ ਅਸੀਂ ਕਰਨੇ। ਸਾਡੀ ਡਿਊਟੀ ਪ੍ਰਮਾਤਮਾ ਨੇ ਲਾਈ, ਸਾਨੂੰ ਨੁਮਾਇੰਦੇ ਬਣਾ ਕੇ ਭੇਜਿਆ ਪ੍ਰਮਾਤਮਾ ਨੇ। ਧਰਤੀ ਨੇ ਸਰਦਾਰੀ ਦਿੱਤੀ ਨਾ ਸਾਨੂੰ, ਇਸ ਧਰਤੀ ਦੀ ਮਨੁੱਖ ਨੂੰ ਸਰਦਾਰੀ ਦਿੱਤੀ ਧਰਤੀ ਦੀ। ਇਸ ਧਰਤੀ ਨੂੰ ਹੁਣ ਸੰਭਾਲ ਕੇ ਰੱਖਣਾ ਮਨੁੱਖ ਦੀ ਜ਼ਿੰਮੇਵਾਰੀ ਹੈ। ਇਹਨੂੰ ਬਰਬਾਦ ਕਰ ਦੇਵੇ ਮਨੁੱਖ ਦੀ ਜ਼ਿੰਮੇਵਾਰੀ ਹੈ। ਧਰਤੀ ਦੀ ਬਰਬਾਦੀ 'ਚ ਮਨੁੱਖ ਦੀ ਬਰਬਾਦੀ ਹੈ, ਇਹਦੇ 'ਚ ਪ੍ਰਮਾਤਮਾ ਦਾ ਕੁਝ ਨਹੀਂ ਵਿਗੜਨਾ। ਵਾਤਾਵਰਣ ਦੀ ਬਰਬਾਦੀ 'ਚ ਮਨੁੱਖੀ ਸੰਤਾਨ ਦੀ ਬਰਬਾਦੀ ਹੈ, ਇਹਦੇ 'ਚ ਪ੍ਰਮਾਤਮਾ ਦਾ ਕੁਝ ਨਹੀਂ ਵਿਗੜਨਾ। ਤੇ ਆਪਾਂ ਦੇਖਦੇ ਹਾਂ ਮਨੁੱਖ ਇਹਨਾਂ ਕੋ ਮਾਇਆ ਦੀ ਮਸਤੀ 'ਚ ਹੈ ਕਿ ਉਹਨੂੰ ਪਤਾ ਹੀ ਨਹੀਂ ਹੈ ਕਿ ਮੇਰੇ ਜੀਵਨ ਦੇ ਰਹਿਣ ਦੇ ਲਈ ਹਵਾ ਕਿੰਨੀ ਕੁ ਜ਼ਰੂਰੀ ਹੈ, ਪਾਣੀ ਕਿੰਨਾ ਕੁ ਜ਼ਰੂਰੀ ਹੈ, ਇਹ ਫਲ ਬੂਟੇ ਕਿੰਨੇ ਕੁ ਜ਼ਰੂਰੀ, ਪਤਾ ਹੀ ਨਹੀਂ ਹੈ। ਕੋਈ ਉੱਠਦਾ ਹੈ ਮਾਇਆ ਦੀ ਮਸਤੀ 'ਚ ਦਿਨਾਂ 'ਚ ਦਰਖਤ ਵੱਢ ਕੇ ਸੁੱਟ ਦਿੰਦਾ ਹੈ, ਇੰਨਾ ਅੰਨਾ ਹੋਇਆ ਫਿਰਦਾ। ਪਹਾੜ ਵੱਢ ਕੇ ਵੇਚੀ ਚਲੇ ਜਾਂਦੇ ਨੇ ਅੰਨੇ ਮਾਇਆ 'ਚ ਹੋਏ ਲੋਕੀ। ਦਰਿਆਵਾਂ ਨੂੰ ਪੁੱਟ ਕੇ ਵੇਚੀ ਚਲੇ ਜਾਂਦੇ, ਉਹਨਾਂ ਦੀ ਭੁੱਖ ਹੀ ਪੂਰੀ ਨਹੀਂ ਹੁੰਦੀ। ਇਹ ਧਰਤੀ ਨੂੰ ਬਰਬਾਦ ਕਰਨ ਵਾਲੀਆਂ ਕਾਰਵਾਈਆਂ ਮਨੁੱਖ ਕਰ ਰਿਹਾ ਹੈ। ਔਰ ਸਾਡੀਆਂ ਗਵਰਨਮੈਂਟਾਂ ਦੇਖੀ ਜਾਂਦੀਆਂ ਨੇ, ਉਹਨਾਂ ਨੂੰ ਵੀ ਲਾਲਚ ਹੈ। ਉੱਥੇ ਵੀ ਤੇ ਕੋਈ ਬਹੁਤੇ ਸੁਜਾਖੇ ਨਹੀਂ ਨਾ ਬੈਠੇ ਹੋਏ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਬੰਦਿਆ ਕਿਉਂ ਆਪਣੀ ਜ਼ਿੰਦਗੀ ਆਕਾਰ ਥਗਵਾ ਰਿਹਾ? ਤੂੰ ਮਾਇਆ ਦੀ ਮਸਤੀ 'ਚ ਤੁਰਿਆ ਫਿਰਦਾ, ਤੈਨੂੰ ਹੋਰ ਕੋਈ ਨਜ਼ਰ ਨਹੀਂ ਆਉਂਦਾ। ਉਹ ਤੂੰ ਪਰਮਾਤਮਾ ਦੀ ਸ਼ਰਨ ਚਾ, ਪਰਮਾਤਮਾ ਵਾਲੇ ਕੰਮ ਕਰ। ਸਤਿਗੁਰੂ ਜੀ ਕਹਿੰਦੇ ਦੇਖ ਇਹ ਸੰਸਾਰ ਸਗਲ ਹੈ ਸੁਪਨੋ, ਦੇਖ ਕਹਾਂ ਲੋਭਾਵੈ। ਉਹ ਭਾਈ ਇਹ ਦੁਨੀਆ ਸੁਪਨੇ ਵਾਂਗੂ ਹੈ। ਸੁਪਨੇ 'ਚ ਜੋ ਕੁਝ ਅਸੀਂ ਦੇਖਦੇ ਹਾਂ ਨਾ, ਜਦੋਂ ਸਾਨੂੰ ਜਾਗ ਆਉਂਦੀ ਹੈ ਉਹ ਕੁਝ ਵੀ ਨਹੀਂ ਹੁੰਦਾ। ਲੇਕਿਨ ਸੁਪਨੇ ਨਾਲ ਜੁੜੇ ਰਹਿਣਾ ਫਿਰ ਉਹ ਦੁੱਖਾਂ ਦਾ ਹੀ ਕਾਰਨ ਹੈ। ਜੋ ਕੁਝ ਸੁਪਨੇ 'ਚ ਹੈ ਉਹਦੇ ਨਾਲ ਜੁੜੇ ਰਵਾਂਗੇ ਅਸੀਂ ਦੁਖੀ ਹੋਵਾਂਗੇ। ਮਨੁੱਖ ਸੁਪਨੇ ਨਾਲ ਜੁੜ ਗਿਆ। ਗੁਰਬਾਣੀ ਕਹਿੰਦੀ ਹੈ ਜਗ ਜੀਵਨ ਐਸਾ ਸੁਪਨੇ ਜੈਸਾ ਜਗ ਜੀਵਨ ਸੁਪਨ ਸਮਾਨ। ਇਹ ਜਗਤ ਦਾ ਜੀਵਨ ਸੁਪਨੇ ਵਰਗਾ ਹੈ। ਸੁੱਤਿਆਂ ਪਿਆਂ ਜਿਵੇਂ ਸੁਪਨਾ ਹੁੰਦਾ ਹੈ, ਜਦੋਂ ਅਸੀਂ ਜਾਗਦੇ ਹਾਂ ਉਹ ਕੁਝ ਨਹੀਂ ਹੁੰਦਾ ਜੋ ਸੁਪਨੇ 'ਚ ਦੇਖਦੇ ਹਾਂ। ਹੁਣ ਵੀ ਅਸੀਂ ਇਸ ਧਰਤੀ ਤੇ ਮੋਹ ਮਾਇਆ ਮਸਤੀ 'ਚ ਸੁੱਤੇ ਪਏ ਹਾਂ, ਸੁਪਨੇ ਦੇਖਦੇ ਆਪਾਂ। ਇੱਕ ਸੁੱਤਿਆਂ ਦਾ ਸੁਪਨਾ ਹੁੰਦਾ ਹੈ, ਇਹ ਸਾਡੇ ਜਾਗਦਿਆਂ ਦੇ ਸੁਪਨੇ ਮਨ ਕਰਕੇ ਤੇ ਹੁਣ ਵੀ ਸੁੱਤੇ ਪਏ ਨਾ। ਗੁਰਬਾਣੀ ਨੇ ਵਾਰ-ਵਾਰ ਜਗਾਉਣ ਦੀ ਗੱਲ ਕਹੀ ਹੈ, ਜਾਗਣ ਦੀ ਗੱਲ ਕਹੀ ਹੈ। ਜਾਗ ਲਿਹੋ ਰੇ ਮਨਾ ਜਾਗ ਲਿਹੋ ਕਹਾਂ ਗਾਫਲ ਸੋਇਆ। ਉਹ ਮਨਾ ਜਾਗ ਤੂੰ ਤੇ ਗਫਲਤ ਦੀ ਨੀਂਦ ਵਿੱਚ ਸੁੱਤਾ ਪਿਆ, ਸੁਪਨੇ ਨਾਲ ਪਿਆਰ ਪਾ ਲਿਆ। ਕਹਿੰਦੇ ਇੱਕ ਨੌਜਵਾਨ ਸੀ, ਉਹਨੂੰ ਰੋਜ਼ ਸੁਪਨਾ ਆਉਣਾ। ਸੁਪਨੇ 'ਚ ਉਹਨੇ ਕੀ ਦੇਖਣਾ ਕਿ ਰੁਪਈਆਂ ਦਾ ਢੇਰ ਹੀ ਲੱਗਾ ਪਿਆ। ਉਹਨੇ ਦੌੜਨਾ ਉਹਦੇ ਵੱਲ ਕਿ ਮੈਂ ਇਕੱਠੇ ਕਰ ਲਾਂ ਰੁਪਈਏ, ਜਾ ਕੇ ਕਾਬੂ ਕਰਨਾ। ਜਦੋਂ ਉਧਰ ਨੂੰ ਦੌੜਨਾ, ਨੇੜੇ ਜਾਣਾ ਤੇ ਹਨੇਰੀ ਆ ਜਾਣੀ ਤੇ ਉਹ ਰੁਪਈਏ ਉੱਡ ਜਾਣੇ, ਉਹ ਖਾਲੀ ਰਹਿ ਜਾਣਾ, ਉਹਦੇ ਕੋਲ ਉਹਨੂੰ ਜਾਗ ਆ ਜਾਣੀ। ਬੜਾ ਦੁਖੀ ਹੋ ਗਿਆ, ਫਿਕਰ ਵਿੱਚ ਰਹਿਣ ਲੱਗ ਪਿਆ। ਕੋਈ ਮਹਾਤਮਾ ਜੀ ਸਨ, ਉਹਨਾਂ ਦੇ ਕੋਲ ਚਲਿਆ ਗਿਆ ਤੇ ਮਹਾਤਮਾ ਜੀ ਨੂੰ ਆਪਣਾ ਦੁੱਖ ਦੱਸਿਆ ਉਹਨੇ ਕਿ ਮਹਾਤਮਾ ਜੀ ਰਾਤ ਨੂੰ ਸੁਪਨਾ ਆਉਂਦਾ ਹੈ, ਸੁਪਨੇ 'ਚ ਬਹੁਤ ਰੁਪਈਆਂ ਦਾ ਢੇਰ ਲੱਗਾ ਹੁੰਦਾ ਤੇ ਉਹ ਹੁੰਦਾ ਕਿ ਜਦੋਂ ਮੈਂ ਉਧਰ ਜਾਣਾ ਹਨੇਰੀ ਆਉਂਦੀ ਉੱਡ ਜਾਂਦਾ। ਮਹਾਤਮਾ ਜੀ ਕਹਿੰਦੇ ਚੱਲ ਅਸੀਂ ਅਰਦਾਸ ਕਰਦੇ ਤੈਨੂੰ ਸੁਪਨਾ ਨਾ ਆਏ। ਕਹਿੰਦਾ ਨਹੀਂ ਨਹੀਂ ਸੁਪਨਾ ਨਹੀਂ, ਸੁਪਨਾ ਤੇ ਆਏ ਪਰ ਹਨੇਰੀ ਨਾ ਆਏ। ਸੁਪਨੇ 'ਚ ਸੁਪਨਾ ਆਏ ਪਰ ਹਨੇਰੀ ਨਾ ਆਏ। ਮਨੁੱਖ ਸੁਪਨੇ ਦੇ ਧਨ ਨੂੰ ਵੀ ਆਪਣਾ ਸਮਝ ਰਿਹਾ, ਸੁਪਨੇ ਦਾ ਧਨ। ਇਹ ਦੁਨੀਆ ਸੁਪਨੇ ਵਰਗੀ ਹੈ। ਦੇਖੋ ਨਾ
साडे कई बुजुर्ग चले गए, साडे देखदे किन्नी दुनिया चले गई। उन्होंने बड़े काम कीते, बड़ियां मेहनतां कीतियां, बहुत दौलत बड़े पदार्थ इकट्ठे कीते, पर वो तो कुछ भी नाल नहीं लै गए। असीं भी कुछ नहीं नाल लै जाना। सतगुरु साहिब जी कहंदे फिर मनुख जिहड़ा है ना, ये केवल तां केवल सुपने दे नाल जुड़िया होया है। जिवें सुपना खुले, जो कुछ सुपने च हुंदा कुछ भी पेड़ पल्ले नहीं हुंदा साडे। इवें जदों साडी ये जिंदगी दी रात मुकनी है, जदों असीं जागना है, कुछ भी पल्ले नहीं। देखो को अज जाग पे, कोई जमा दे डंडे नाल जाग पे, जागना ते पैना ही है। ਜਿਹੜੇ ਅੱਜ ਜਾਗ ਪਏ ਨੇ ਉਹ ਵੀ ਕਹਿੰਦੇ ਵੀ ਸਾਡਾ ਕੁਝ ਨਹੀਂ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਇਹ ਸਭ ਕੁਝ ਪ੍ਰਮਾਤਮਾ ਦਾ, ਸਾਡਾ ਕੁਝ ਨਹੀਂ ਹੈ। ਜਿਹੜੇ ਅੱਜ ਜਾਗ ਪਏ ਉਹ ਕਹਿੰਦੇ ਸਾਡਾ ਕੁਝ ਨਹੀਂ ਹੈ, ਰੱਬ ਨੇ ਸਾਨੂੰ ਸਹੂਲਤਾਂ ਦਿੱਤੀਆਂ ਨੇ, ਵਰਤ ਰਹੇ, ਸਾਡਾ ਕੁਝ ਨਹੀਂ ਹੈ। ਜਿਹੜੇ ਨਹੀਂ ਜਾਗੇ ਉਹ ਕਹਿੰਦੇ ਸਾਡਾ ਹੀ ਸਭ ਕੁਝ ਹੈ, ਇੱਥੇ ਹੋਰ ਕੋਈ ਰਹਿਣਾ ਨਹੀਂ ਚਾਹੀਦਾ, ਉਹ ਸੁੱਤੇ ਹੋਏ ਨੇ। ਕੋਈ ਹੁਣ ਜਾਗ ਪਏ, ਜਦੋਂ ਜਮਾਂ ਦਾ ਡੰਡਾ ਖੜਕੇਗਾ ਉਦੋਂ ਜਾਗਾਂਗੇ ਆਪਾਂ। फिर भी कुछ नहीं है, फिर भी खाली हथ ही जाना है। ते जे फिर खाली हथ जाना है, जे किते वाहिगुरू मेहर करे हुण जाग पईए आपां, ओने सुखी हो जावांगे जिन्ने असीं बंधनां च बजे बैठे हां। सतगुरु जी कहंदे ओ सुपने वर्गी ये दुनिया देख कहां लोभावै, तू इनू देख के ही एवें लोभ दे विच फसदा चली चलिया जांदा। बाहरले पदार्थां नूं, चमक दमक नूं देख के तू इहदे विच फसदा जांदा है, तैनूं पता नहीं है ये ते सब कुछ इवें है जिवें मिर्ग तृष्णा हुंदी है, हिरण नूं प्यास लगदी है, दूर धुप दे नाल रेत चमकदी हुंदी ना, वो सोचदा पानी दा कोई दरिया है, पानी दा कोई वहा है। हिरण उधर नूं भजदा है, उहनूं ज्ञान नहीं है। हिरण भजदा जांदा है, वो जिहड़ा कल्पत पानी अगे तुरिया चलिया जांदा है, वो बेचारा इहो जिहा फसदा है उहदे पानी दी चमक विच, वो मारूथल च लुछदा ही मर जांदा है। मनुख भी हिरण वांगू ना फस गया इस लोभ माया दे विच, चमक दमक दे विच। मनुख सोचदा कि इन्ना हो जाएगा सुखी हो जावांगे, इत्थे पहुंच जाएंगे सुखी हो जावांगे, ऐ कुछ बन जाएगा सुखी हो जावांगे, इन्ना कुछ साडे को आ जाएगा असीं सुखी हो जावांगे। आई जांदा है, बड़ी मेहनत करदा बंदा आ जांदा है, बंदा लखपति तो अगे करोड़पति बन जाता है, अरबपति बन जाता है, पर वो जिहड़ा सुख है ना जिन्हों आपां बनना चाहुंदे वो अगे ही तुरिया जाता है, मिलदा ही नहीं है। जिवें हिरण नूं पानी नहीं ना मिलदा, बस उस सुख नूं प्राप्त करदिआं असीं सारी जिंदगी जिहड़ी है हिरण वांगू अकार्थ गवा दिंदे आ, जिंदगी दा अंत आ जांदा है। सतगुरु जी कहंदे हो दुनिया सुपने वांगू है, तू कानू एवें लोभ दे विच आई चलिया जाना है। जो सुपने च हुंदा है वो नाल नहीं रहिंदा, जो कुछ तू देख रहे ये तेरे नाल नहीं जाना। जो उपजै सो सगल बिनासे, रहन न को पावै। ओ भाई जो कुछ उपजे है ये सब कुछ उपजिया ही है, पैदा होया है धरती ते। जन्मंग तां मरणंग, जे जन्म है ते मौत यकीनन है। जो उपजे है वो बिनसना ही बिनसना है, वो भावें कुछ भी है। देखो ये बड़े बड़े पहाड़ उपजे ने तो ये बिनस जाने ने, धरती रब ने बनाई ये भी बिनस जानी है, ये भी सदा नहीं रहनी। गुरु का ये वचन अटल के जो उपजो सो बिनस है, परो आज कै काल नानक हर गुण गाय ले, छाड़ सगल जंजाल। जो भी उपजे है वो भावें ये जीव जंतु ने, भावें जड़ चेतन जड़ियां भी चीजां ने, गुरबाणी तक कहती भावें सूरज चंद्रमा भी है, ये सब कुछ आखिर बिनस जाना है, कुछ भी सदा कायम नहीं रहना। इत्थे ते इको एक चीज रहनी, नाम रहे हो, साधु रहे हो गुर गोबिंद। वाहिगुरु जी दा नाम सदा कायम रहना है, नाम जपण वालियां दी वडियाई सदा कायम रहनी है, गुरु की वडियाई सदा कायम रहनी है। बाकी सब कुछ नासवंत है। गुरु बाबा जी कहते हैं जो उपजै सो सगल बिनाश है, रहन न को पावै। भाई इस धरती ते कोई सदा समय दे लई रह नहीं सकेगा, हर किसी ने इस धरती तो जाना है। बादशाह सावा पारी मरना, जो दिसे सो काल है खरना। भावें को बादशाह है, भावें शाहूकार है, भावें व्यापारी है, आखिर हर किसी को जाना पैना। राणा राव न को रहे, रंग न तुंग फकीर,
ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ। ਸਤਿਗੁਰੂ ਜੀ ਕਹਿੰਦੇ ਆਪੋ ਆਪਣੀ ਵਾਰੀ ਤੇ ਹਰ ਕਿਸੇ ਨੂੰ ਜਾਣਾ ਪੈਣਾ, ਕੋਈ ਇੱਥੇ ਧੀਰਜ ਕਰਕੇ ਰਹੇਗਾ ਨਹੀਂ। ਸਤਿਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਬਚਨ ਆਸਾ ਦੀ ਵਾਰ ਚ ਅਸੀਂ ਹਰ ਰੋਜ਼ ਸਰਵਣ ਕਰਦੇ ਹਾਂ ਕਿ ਇਹ ਸਭ ਕੁਝ ਵਾਹਿਗੁਰੂ ਜੀ ਨੇ ਬਣਾਇਆ। ਇਹ ਮਨੁੱਖ, ਇਹ ਧਰਤੀ, ਇਹ ਸਭ ਕੁਝ ਬਣਾ ਕੇ ਇਹਦੇ ਵਿੱਚ ਜਿਹੜੀ ਕਲਾ ਹੈ, ਸੱਤਾ ਹੈ, ਉਹ ਵਾਹਿਗੁਰੂ ਜੀ ਨੇ ਟਿਕਾਈ ਹੈ। ਇਹ ਕੰਮਾਂ ਕਾਰਾਂ ਤੇ ਵਾਹਿਗੁਰੂ ਜੀ ਨੇ ਲਗਾਇਆ ਹੈ। ਇਹ ਜਗਤ ਨੂੰ ਪੈਦਾ ਕਰਕੇ ਵਾਹਿਗੁਰੂ ਜੀ ਇਹਨੂੰ ਦੇਖ ਰਿਹਾ। ਇਹ ਨਹੀਂ ਕਿ ਬਣਾ ਕੇ ਉਹ ਵੱਖਰਾ ਹੀ ਕਿਤੇ ਸੌਂ ਗਿਆ, ਉਹ ਦੇਖ ਰਿਹਾ, ਵਿੱਚ ਬੈਠ ਕੇ ਦੇਖ ਰਿਹਾ। ਕਰ ਆਸਨ ਡਿਠੋ ਚਾਓ ਦੇਖ ਰਿਹਾ। ਵਾਹਿਗੁਰੂ ਜੀ ਨੇ ਇਹ ਸਭ ਕੁਝ ਬਣਾ ਕੇ ਇੱਕ ਨਿਯਮ ਬਣਾ ਦਿੱਤਾ ਹੈ ਕਿ ਜਿਹੜਾ ਆਇਆ ਹੈ ਉਹਨੂੰ ਜਾਣਾ ਹੀ ਪੈਣਾ। ਆਸਾ ਕੀ ਵਾਰ ਚ ਗੁਰੂ ਕੇ ਬਚਨ ਸਰਵਣ ਕਰਦੇ ਕਿ ਆਪੇ ਹੀ ਕਰਨਾ ਕੀਓ, ਕਲ ਆਪੇ ਹੀ ਤੈਂ ਧਾਰੀਐ। ਦੇਖੈ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀ ਹੈ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਆਇਆ ਭਈ ਉਹਨੂੰ ਤੇ ਜਾਣਾ ਪੈਣਾ। ਹਰ ਕਿਸੇ ਦੀ ਵਾਰੀ ਆ ਜਾਣੀ। ਕੋ ਅੱਜ ਚਲਿਆ ਜਾਏ, ਕੋ ਕੱਲ ਚਲਿਆ ਜਾਏ। ਇਸ ਧਰਤੀ ਤੇ ਥਿਰ ਕੋਈ ਨਹੀਂ ਹੈ। ਇਹ ਜਗਤ ਇੱਕ ਸਰਾਂ ਹੈ। ਸਰਾਂ ਦੇ ਵਿੱਚ ਕੋਈ ਸਦਾ ਥੋੜੋ ਰਹਿੰਦਾ ਬੰਦਾ। ਉਹ ਤੇ ਇੱਕ ਦੋ ਰਾਤ ਬਤੀਤ ਕੀਤੀ ਚਲਿਆ ਜਾਂਦਾ ਹੈ। ਬਿਲਕੁਲ ਧਰਤੀ ਤੇ ਜਿੰਨੇ ਜਿੰਨੇ ਸਵਾਸ ਵਾਹਿਗੁਰੂ ਜੀ ਨੇ ਦਿੱਤੇ ਨੇ, ਜਦੋਂ ਸਾਡੀ ਵਾਰੀ ਆਏਗੀ, ਇੱਕ ਸੱਜਣ ਚੱਲੇ, ਇੱਕ ਚੱਲ ਗਏ, ਰਹਿੰਦੇ ਪੀ ਫੁੰਨ ਜਾਹੇ। ਇੱਕ ਸਾਡੇ ਸੱਜਣ, ਸਾਡੇ ਰਿਸ਼ਤੇਦਾਰ ਚਲੇ ਗਏ ਨੇ, ਕੁਝ ਜਾ ਰਹੇ ਨੇ, ਰਹਿੰਦਿਆਂ ਨੇ ਵੀ ਚਲੇ ਜਾਣੇ। ਜਿਸ ਧਰਤੀ ਤੇ, ਜਿਸ ਥਾਂ ਤੇ ਅਸੀਂ ਬੈਠੇ, ਪਤਾ ਨਹੀਂ ਕਿੰਨੇ ਕੁ ਸਾਡੇ ਤੋਂ ਪਹਿਲਾਂ ਬੈਠ ਕੇ ਚਲੇ ਗਏ। ਜਿਸ ਆਸਣ ਹਮ ਬੈਠੇ केते ਬੈਸ ਗਿਆ, ਪਤਾ ਨਹੀਂ ਕਿੰਨੇ ਕੁ ਬੈਠ ਕੇ ਗਏ ਨੇ। ਅਸੀਂ ਕਹਿੰਦੇ ਸਾਡੀ ਧਰਤੀ ਹੈ। ਸਾਡੇ ਤੋਂ ਪਹਿਲਾਂ ਕਹਿਣ ਵਾਲੇ ਬੜੇ ਆਏ ਸਾਡੀ ਧਰਤੀ ਹੈ। ਉਦੋਂ ਪਹਿਲਾਂ ਹੋਰ ਆਏ ਕਹਿੰਦੇ ਸਾਡੀ ਧਰਤੀ ਹੈ। ਇਸ ਧਰਤੀ ਤੇ ਕੋਈ ਸਦਾ ਕਾਇਮ ਨਹੀਂ ਰਹਿ ਸਕਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਰਹਿਣ ਨਾ ਕੋ ਪਾਵੈ। ਕੋਈ ਇਸ ਧਰਤੀ ਤੇ ਸਦਾ ਰਹਿ ਨਹੀਂ ਸਕੇਗਾ। ਪਰਮਾਤਮਾ ਦਾ ਇਹ ਜਿਹੜਾ ਨਿਯਮ ਹੈ, ਕੁਦਰਤ ਦਾ ਜੋ ਇਹ ਨਿਯਮ ਹੈ, ਇਹਨੂੰ ਕੁਦਰਤ ਵੀ ਨਹੀਂ ਬਦਲ ਸਕਦੀ, ਪਰਮਾਤਮਾ ਨੂੰ ਵੀ ਨਹੀਂ ਬਦਲ ਸਕਦਾ। ਜੇ ਜੀਵਨ ਹੈ ਤੇ ਜੀਵਨ ਦੀ ਸਮਾਪਤੀ ਉਹਦੇ ਨਾਲ ਹੀ ਹੈ। ਜਿਸ ਦਿਨ ਮਨੁੱਖ ਦਾ ਜਨਮ ਹੋ ਜਾਂਦਾ ਹੈ ਨਾ, ਜਿਸ ਦਿਨ ਬੱਚਾ ਬੋਰਨ ਹੁੰਦਾ ਹੈ, ਉਸੇ ਦਿਨ ਸਮਾਪਤੀ ਦੀ ਤਰੀਕ ਨਾਲੇ ਜੁੜ ਜਾਂਦੀ ਹੈ। ਦੇਖੋ ਸੂਰਜ ਦਿਨ ਚੜ੍ਹਦਾ ਹੈ ਨਾ, ਜਿਵੇਂ ਸੂਰਜ ਦਿਨ ਚੜ੍ਹਿਆ, ਸੂਰਜ ਪ੍ਰਕਾਸ਼ ਹੋਇਆ, ਜਿਸ ਵੇਲੇ ਪਹਿਲਾਂ ਦਿਨ ਪੂਰਾ ਸੀ, ਲੇਕਿਨ ਜਦੋਂ ਸੂਰਜ ਚੜ੍ਹਿਆ ਫਿਰ ਅਸੀਂ ਕਹਿੰਦੇ ਹੁਣ 4 ਪਹਿਰ ਹੈ, 1 ਪਹਿਰ ਇੰਨਾ ਲੰਘ ਗਿਆ, ਇੰਨੇ ਘੰਟੇ ਲੰਘ ਗਏ, ਇੰਨੇ ਮਿੰਟ ਲੰਘ ਗਏ। ਉਦੋਂ ਦਿਨ ਜਿਹੜਾ ਸੀ ਨਾ, ਉਹ ਘੰਟਿਆਂ 'ਚ ਵੰਡਿਆ ਗਿਆ, ਮਿੰਟਾਂ 'ਚ ਵੰਡਿਆ ਗਿਆ। ਸਹਿਜੇ ਸਹਿਜੇ ਇਹ ਦਿਨ ਤੇ ਪਹਿਰ, ਪਹਿਰ ਤੇ ਕਰੀਆਂ ਆਵ ਘਟੇ ਤਨ ਸੀ ਜੇ। ਜਿਸ ਵੇਲੇ ਮਨੁੱਖ ਦਾ ਜਨਮ ਹੋਇਆ, ਉਸੇ ਵੇਲੇ ਜ਼ਿੰਦਗੀ ਜਿਹੜੀ ਹੈ ਘਟਣੀ ਸ਼ੁਰੂ ਹੋ ਜਾਂਦੀ। ਉਸੇ ਵੇਲੇ ਬੱਚਾ ਜਦੋਂ ਥੋੜਾ ਜਿਹਾ ਰਿੜਨਾ ਸਿੱਖਦਾ ਹੈ, ਤੁਰਨਾ ਸਿੱਖਦਾ ਹੈ, ਮਾਤਾ ਪਿਤਾ ਨੂੰ ਬਹੁਤ ਹੀ ਖੁਸ਼ੀ ਹੁੰਦੀ ਹੈ, ਇਸ ਕਰਕੇ ਕਿ ਬੱਚਾ ਵੱਡਾ ਹੋ ਰਿਹਾ ਹੈ। ਗੁਰਬਾਣੀ ਕਹਿੰਦੀ ਮਾਤਾ ਪਿਤਾ ਨੂੰ ਇਹ ਪਤਾ ਹੀ ਨਹੀਂ ਕਿ ਬੱਚਾ ਤੇ ਛੋਟਾ ਹੋ ਰਿਹਾ ਹੈ। ਅਸੀਂ ਕਹਿੰਦੇ ਵੱਡਾ ਹੋ ਰਿਹਾ ਹੈ, ਗੁਰਬਾਣੀ ਕਹਿੰਦੀ ਛੋਟਾ ਹੋ ਰਿਹਾ ਹੈ। ਜਨਨੀ ਜਾਣਤ ਸੁਤ ਬਦਾ ਹੋਟ ਹੈ, ਇਤਨਾ ਕੁ ਨ ਜਾਣਤ ਜਦ ਦਿਨ ਦਿਨ ਅਵਧ ਘਟਤ ਹੈ। ਮਾਂ ਨੂੰ ਇਹ ਨਹੀਂ ਪਤਾ ਕਿ ਇਹਦੀ ਦਿਨੋਂ ਦਿਨ ਉਮਰ ਘਟ ਰਹੀ ਹੈ। ਆ ਪੱਛਮੀ ਕਲਚਰ ਦੇ ਅੰਦਰ ਜਿਹੜੇ ਲੋਕ ਜਨਮ ਦਿਨ ਮਨਾਉਂਦੇ ਹੋਣ ਤੇ ਕਲਚਰ ਅਸੀਂ ਵੀ ਅਪਣਾ ਲਿਆ, ਆਪਣੀਆਂ ਚੀਜ਼ਾਂ ਛੱਡ ਦਿੱਤੀਆਂ ਤੇ ਅਸੀਂ ਉਹ ਜਿਹੜਾ ਪੱਛਮ ਦਾ ਕਲਚਰ ਸੀ ਉਹਨੂੰ ਬੜੇ ਚਾਅ ਨਾਲ ਅਪਣਾਉਂਦੇ, ਉਹ 'ਚ ਮਾਣ ਮਹਿਸੂਸ ਕਰਦੇ ਆ। ਆਪਣਾ ਸੱਭਿਆਚਾਰ, ਆਪਣੀਆਂ ਰਹੁ ਰੀਤਾਂ ਨੂੰ ਅਪਣਾ ਕੇ ਅਸੀਂ ਇੰਨਾ ਮਾਣ ਹੀ ਨਹੀਂ ਮਹਿਸੂਸ ਕਰਦੇ। ਹਾਲਾਂਕਿ ਸਾਡੇ ਜੋ ਕੁਝ ਗੁਰੂ ਸਾਹਿਬ ਨੇ, ਸਾਡੇ ਬਜ਼ੁਰਗਾਂ ਨੇ ਦਿੱਤਾ ਬਹੁਤ ਮਹਾਨ ਹੈ। ਪੱਛਮੀ ਲੋਕ ਇਹਨੂੰ ਅਪਣਾਉਂਦੇ ਨੇ, ਅਸੀਂ ਉਹਨਾਂ ਨੂੰ ਅਪਣਾ ਰਹੇ ਹਾਂ। ਜਨਮ ਦਿਨ ਮਨਾਉਂਦੇ ਨੇ, ਮੋਮਬੱਤੀਆਂ ਜਗਾ ਲੈਂਦੇ ਨੇ, ਬੁਝਾ ਦਿੰਦੇ ਨੇ, ਉਹਦਾ ਪਤਾ ਕੁਝ ਨਹੀਂ ਕਿਸੇ ਨੂੰ। ਉਹਦਾ ਅਰਥ ਇਹ ਹੈ ਕਿ ਵੀ ਇੰਨੇ ਸਾਲ ਹੁਣ ਘਟ ਗਏ ਜ਼ਿੰਦਗੀ ਦੇ। ਉਹ ਮੋਮਬੱਤੀਆਂ ਜਗਾਈਆਂ ਸੀ ਨਾ, ਉਹਨੀਆਂ ਬੁਝਾਤੀਆਂ, ਇੰਨੇ ਸਾਲ ਜ਼ਿੰਦਗੀ ਦੇ ਘਟ ਗਏ, ਹੁਣ ਇੰਨੇ ਕੱਟੇ ਗਏ ਸਾਲ, ਬੁੱਝ ਗਏ ਇੰਨੇ ਵਰੇ। ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਜਿਹੜਾ ਆਇਆ ਹੈ ਨਾ, ਉਹਨੂੰ ਧਰਤੀ ਤੋਂ ਜਾਣਾ ਹੀ ਪੈਣਾ।
ਇਸ ਕਰਕੇ ਬੰਦਿਆ ਤੂੰ ਇਸ ਸੰਸਾਰ ਸੁਪਨੇ ਦੇ ਵਿੱਚ ਕਾਹਨੂੰ ਫਸਦਾ ਜਾ ਰਿਹਾ ਹੈ, ਕਾਹਨੂੰ ਇਹਦੇ ਵਿੱਚ ਤੂੰ ਖੁੱਭਦਾ ਜਾ ਰਿਹਾ ਹੈ। ਇਹਨਾਂ 'ਚੋਂ ਰਹਿਣ ਵਾਲੀ ਚੀਜ਼ ਤੇ ਕੋਈ ਹੈ ਨਹੀਂ ਹੈ। ਮਿਥਿਆ ਤਨ ਸਾਚੋ ਕਰ ਮਾਨਿਓ। ਤੂੰ ਇਹ ਜਿਹੜਾ ਤਨ ਸੀ ਨਾ ਮਿਥਿਆਦਰ ਸੀ ਨਾਸਵੰਤ ਤਨ ਹੈ, ਵਾਹਿਗੁਰੂ ਜੀ ਨੇ ਬਣਾਇਆ। ਇਹ ਸਰੀਰ ਦੇ ਅੰਦਰ ਪਰਮਾਤਮਾ ਬੈਠਾ ਹੈ, ਇਹ ਸਰੀਰ ਹਮੰਦਰ ਹੈ, ਸਰੀਰ ਦੀ ਵਡਿਆਈ ਹੈ, ਪਰ ਇਹ ਮਿਥਿਆ ਹੈ। ਮਿਥਿਆ ਦਾ ਅਰਥ ਕਿ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ। ਇਹ ਤੇ ਆਖਰ ਬਿਨਸ ਜਾਣੇ, ਕੋਈ ਵੀ ਚੀਜ਼ ਸਦਾ ਕਾਇਮ ਰਹਿਣ ਵਾਲੀ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਬਚਨ ਅਰਸਾ ਕੀ ਵਾਰ ਸੁਣਦੇ, ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ, ਮੰਡਪ ਕੂੜ ਮਾੜੀ ਕੂੜ ਬੈਸਣਹਾਰ ਕੂੜ, ਸੋਇਨਾ ਕੂੜ ਰੂਪਾ ਕੂੜ ਪਹਿਨਹਾਰ ਕੂੜ, ਮੀਆਂ ਕੂੜ ਬੀਵੇ ਖਪ ਹੋਏ ਖੁਆਰ, ਕੂੜ ਕੂੜੇ ਨੇਹੋ ਲੱਗਾ ਵਿਸਰਿਆ ਕਰਤਾ। ਕੂੜ ਦਾ ਅਰਥ ਹੈ ਨਾਸਵੰਤ। ਭਾਵੇਂ ਕੋਈ ਰਾਜਾ ਹੈ, ਪ੍ਰਜਾ ਹੈ, ਸੋਨਾ ਹੈ, ਚਾਂਦੀ ਹੈ, ਇਸਤਰੀ ਹੈ, ਪੁਰਖ ਹੈ, ਕੋਈ ਹੈ, ਸਤਿਗੁਰੂ ਜੀ ਕਹਿੰਦੇ ਸਭ ਜਿਹੜੇ ਨੇ ਇਹ ਨਾਸਵੰਤ ਨੇ, ਪਰ ਮਨੁੱਖ ਦੀ ਸਾਂਝ, ਮਨੁੱਖ ਦਾ ਪਿਆਰ ਜਿਹੜਾ ਨਾ ਉਹ ਇਹਨਾਂ ਚੀਜ਼ਾਂ ਨਾਲ ਹੀ ਪੈ ਗਿਆ, ਕਿਉਂਕਿ ਇਹ ਦਿਸਦੀਆਂ ਨੇ। ਦਿਸ ਦੇ ਨਾਲ ਬੰਦੇ ਦਾ ਪਿਆਰ ਪੈਂਦਾ, ਜੋ ਨਹੀਂ ਦਿਸਦਾ ਉਹਦੇ ਨਾਲ ਪਿਆਰ ਪਾਉਂਦਾ ਹੀ ਨਹੀਂ ਹੈ। ਜੋ ਨਹੀਂ ਦਿਸਦਾ ਉਹ ਸਦਾ ਕਾਇਮ ਰਹਿਣ ਵਾਲਾ ਹੈ, ਜੋ ਦਿਸਦਾ ਉਹ ਸਦਾ ਕਾਇਮ ਰਹਿਣਾ ਨਹੀਂ ਹੈ। ਗੁਰਬਾਣੀ ਕਹਿੰਦੀ ਦ੍ਰਿਸ਼ਟਮਾਨ ਹੈ ਸਗਲ ਮਥੇਨਾ। ਜੋ ਕੁਝ ਦ੍ਰਿਸ਼ਟਮਾਨ ਹੈ, ਦਿਸਦਾ ਹੈ, ਉਹ ਸਭ ਮਿਥਿਆ ਹੈ, ਉਹ ਸਭ ਨਾਸਵੰਤ ਹੈ। ਮਿਥਿਆ ਤਨ ਬੰਦਿਆ, ਇਹ ਤੇਰਾ ਤਨ ਜਿਹੜਾ ਨਾ ਇਹ ਤੇ ਮਿਥਿਆ ਹੈ, ਇਹਦਾ ਕਾਹਦਾ ਹੰਕਾਰ ਕਰਦਾ। ਬਾਬਾ ਨਾਮਦੇਵ ਸਾਹਿਬ ਜੀ ਦਾ ਇੱਕ ਪਵਿੱਤਰ ਬਚਨ ਹੈ, ਹਮਰੋ ਕਰਤਾ ਰਾਮ ਸਨੇਹੀ ਕਾਹੇ ਰੇ ਨਰ ਗਰਭ ਕਰਤ ਹੋ ਬਿਨਸ ਜਾਏ ਝੂਠੀ ਦੇਹੀ। ਸਾਡਾ ਜਿਹੜੇ ਨਾ ਕਰਨ ਵਾਲਾ, ਸਾਡਾ ਅਸਲੀ ਸਨੇਹੀ, ਸਾਡਾ ਮਿੱਤਰ, ਸਾਡਾ ਸੱਜਣ ਉਹ ਪ੍ਰਮਾਤਮਾ ਹੈ ਜਿਹਨੇ ਸਾਨੂੰ ਬਣਾਏ। ਹਮਰੋ ਕਰਤਾ ਰਾਮ ਸਨੇਹੀ, ਸਨੇਹੀ ਮੈਨਾ ਸਨੇਹ ਕਰਨ ਵਾਲਾ, ਪਿਆਰ ਕਰਨ ਵਾਲਾ। ਸਾਡਾ ਅਸਲੀ ਸੱਜਣ ਸੁਹਿਰਦ ਮਿੱਤਰ ਜਿਹੜਾ ਉਹ ਪਰਮਾਤਮਾ ਹੈ ਜਿਹਨੇ ਸਾਨੂੰ ਬਣਾਇਆ। ਕਾਹੇ ਰੇ ਨਰ ਗਰਭ ਕਰਤ ਹੋ ਬਿਨ ਜਾਏ ਝੂਠੀ ਦੇ। ਉਹ ਬੰਦਿਆ ਸਰੀਰ ਦਾ ਕਾਹਦਾ ਹੰਕਾਰ ਕਰਦੇ, ਤੇਰਾ ਤਾਂ ਸਰੀਰ ਵੀ ਤੇਰਾ ਮਿੱਤਰ ਨਹੀਂ ਹੈ, ਇਹ ਵੀ ਨਾਸਵੰਤ ਹੈ, ਹੋਰਨਾਂ ਨੇ ਤੇ ਕੀ ਬਣਨੇ। ਗੁਰਬਾਣੀ 'ਚ ਥਾਂ ਥਾਂ ਤੇ ਸਤਿਗੁਰੂ ਜੀ ਨੇ ਕਿਹਾ ਕਿ ਬੰਦਿਆ ਇਹ ਸਰੀਰ ਤਾਂ ਮਿੱਟੀ ਦੀ ਢੇਰੀ ਹੈ। ਕਬੀਰਾ ਧੂਰ ਸਕੇਲ ਕੇ ਪੁਰੀਆ ਬੰਦੀ ਦੇ, ਦਿਵ ਚਾਰ ਕੋ ਪੇਖਣਾ ਅੰਤ ਖੇਹ ਕੀ ਖੇ। ਇਹ ਮਿੱਟੀ ਨੂੰ ਇਕੱਠਿਆਂ ਕਰਕੇ ਇਹ ਸਰੀਰ ਦੀ ਇੱਕ ਪੁਰੀ ਬਣਾ ਦਿੱਤੀ, ਨਗਰੀ ਬਣਾ ਦਿੱਤੀ ਰੱਬ ਨੇ। 4 ਕੁ ਦਿਨਾਂ ਲਈ ਹੈ, ਆਖਰ ਫਿਰ ਇਹ ਮਿੱਟੀ ਬਣ ਜਾਣੀ ਹੈ। ਜਿੱਥੋਂ ਇਹ ਸਰੀਰ ਪੈਦਾ ਹੋਇਆ ਉੱਥੇ ਇਹ ਲੀਨ ਹੋ ਜਾਣਾ, ਅਭੇਦ ਹੋ ਜਾਣਾ, ਤਤ ਤਤਾਂ 'ਚ ਸਮਾ ਜਾਣੇ ਨੇ। ਇਹ ਤਨ ਮਿਥਿਆ ਹੈ। ਬੜੀਆਂ ਉਦਾਹਰਣਾਂ ਦਿੱਤੀਆਂ ਸਤਿਗੁਰੂ ਜੀ ਨੇ ਗੁਰਬਾਣੀ 'ਚ। ਰਾਵਣ ਵਰਗੇ ਆਏ ਜਿਹੜੇ ਕਹਿੰਦੇ ਕਦੀ ਨਹੀਂ ਮਰਨਾ ਅਸੀਂ, ਉਹ ਵੀ ਚਲੇ ਗਏ। ਕੈਰਵ ਆਏ ਜਿਹੜੇ ਕਹਿੰਦੇ ਸਾਡਾ ਦੁਰਯੋਧਨ ਭਰਾ ਇਹਨੂੰ ਕੋਈ ਮਾਰ ਹੀ ਨਹੀਂ ਸਕੇਗਾ, ਉਹਨੂੰ ਕੋਈ ਇਹ ਵਾਰ ਸੀ ਕਿ ਉਹਦਾ ਸਰੀਰ ਪੱਥਰ ਹੋ ਜਾਣਾ ਜਦੋਂ ਕੋਈ ਉਹਨੂੰ ਮਾਰਨ ਲੱਗਦਾ ਸੀ, ਇਹ ਮਾਰ ਹੀ ਨਹੀਂ ਸਕੇਗਾ। ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, 12 योजन छत्र चले था देही गिरजन खाई, सर्व सोयन की लंका होती रावण से अधिकाई, कहाँ पे वो दर बांधे हाथी खिन में भई पराई। कहते रावण दी सोने दी लंका सी, कितना अमीर होएगा। रावण को माड़ा बंदा नहीं सी, वो कितना इंटैलीजेंट होएगा जिन्हें अपने मुल्क नूं इन्ना अमीर बनाया। वो कोई सोना उन्हें चोरी तो नहीं करके आंदा। सोने दी लंका दा अर्थ कि उहदा बहुत वधिया राज भाग सी, खुशहाल सन लोग उत्थे, वधिया राज भाग सी उहदा। लेकिन वो एक खिन सी, उहदा राज भाग पुराना बगाना हो गया जदों वो नाश हो गया, खत्म हो गया। सतगुरु साहब जी कहते ने ऐस धरती ते बड़े बड़े आए, शरीर ते उन्हां दे भी नाश हो गए। बंदिया मिथ्या तन साचो कर मानियो, ए बिद आप बंधावै। तू अपने इस नाशवंत शरीर नूं सदा कायम रहन वाला समझ लिया। तू माया दी मस्ती विच विषय विकारां दे रस विच रच गया। ये संसार सुपने वर्गा, तू इहदे विच ही लुभाएमन हो गया। ये बिद आप बंधावे, ऐस तरीके नाल तू अपने आप नूं बंधनां विच बन लिया। रब ने तैनूं बनाया सी सुतंत्र, पर तू बंधनां च बन लिया अपने आप नूं। किदां बन्निया? पहली गल कि माया दी मस्ती च आ गया, तू आ विषय विकारां दे रस विच पै गया, बज गया।
ਦੇਖੋ ਨਾ ਕਿੰਨਾ ਬੰਦਾ ਵਰਜਿਆ ਹੁੰਦਾ। ਸਰੀਰ ਸਾਡਾ ਹੈ, ਤੰਦਰੁਸਤੀ ਦੀ ਲੋੜ ਮੈਨੂੰ ਹੈ। ਮੈਨੂੰ ਡਾਕਟਰ ਵੀ ਕਹਿੰਦੇ ਇਹ ਚੀਜ਼ ਨਾ ਖਾਈ, ਇਹ ਚੀਜ਼ ਨਾ ਖਾਈ, ਸਰੀਰ ਤੂੰ ਤੰਦਰੁਸਤ ਰਹੇਗਾ। ਪਰ ਮੈਂ ਇੰਨਾ ਕੁ ਵੱਧ ਗਿਆ, ਕਿਤੇ ਵਿਆਹ ਸ਼ਾਦੀ ਤੇ ਗਿਆ, ਕਹਿੰਦੇ ਚੱਲ 4 ਗੋਲੀਆਂ ਹੋਰ ਖਾ ਲਵਾਂਗੇ, ਕੋਈ ਗੱਲ ਨਹੀਂ, ਵਧੀਆ ਖਾਣਾ ਪੀਣਾ ਬਣਿਆ। ਇਹ ਬੰਧਨ ਹੈ ਸਾਡੇ ਲਈ, ਅਸੀਂ ਰਹਿ ਹੀ ਨਹੀਂ ਸਕਦੇ। ਹਾਲਾਂਕਿ ਨਾ ਉਹਨਾਂ ਚੀਜ਼ਾਂ ਦੇ ਖਾਣ ਤੋਂ ਬਿਨਾਂ ਜਿਉ ਸਕਦੇ ਅਸੀਂ। ਮਨੁੱਖ ਜਿੱਦਾਂ ਦਾ ਆਹਾਰ ਆਪਣਾ ਬਣਾ ਲੇ ਜਿਉ ਸਕਦਾ ਹੈ, ਘਾਹ ਪੱਤੇ ਖਾ ਕੇ ਵੀ ਜਿਉ ਸਕਦਾ ਹੈ, ਐਸੀ ਕਿਹੜੀ ਗੱਲ ਹੈ। ਜੰਗਲਾਂ 'ਚ ਰਹਿਣ ਵਾਲੇ ਜਿਹੜੇ ਜੀਵ ਨੇ, ਆ ਪਸ਼ੂ ਤੇ ਤੰਦਰੁਸਤ ਬੜੇ ਨੇ, ਕਿਹੜੇ ਤੜਕੇ ਲਾ ਲਾ ਕੇ ਦੇਸੀ ਘਿਓ ਦੇ ਖਾਂਦੇ ਨੇ ਤੇ ਬੜੇ ਤੰਦਰੁਸਤ ਨੇ। ਇਹ ਕਿਹੜੇ ਦੁੱਧ 'ਚ ਬਦਾਮ ਪਾ ਪਾ ਕੇ ਪੀਂਦੇ ਨੇ, ਇਹ ਤੇ ਘਾਹ ਫੂਸ ਹੀ ਖਾਂਦੇ, ਤੰਦਰੁਸਤ ਨੇ, ਔਰ ਸਾਡੇ ਨਾਲੋਂ ਤਗੜੇ ਨੇ। ਰੋਗ ਵੀ ਕੋਈ ਨਹੀਂ ਉਹਨਾਂ ਨੂੰ, ਕੋਈ ਰੋਗ ਨਹੀਂ। ਪਸ਼ੂਆਂ ਦੇ ਤੁਸੀਂ ਦੇਖੇ ਕਿਤੇ ਕੈਂਸਰ ਦੇ ਹਸਪਤਾਲ ਪਸ਼ੂਆਂ ਦੇ ਕਿਤੇ? ਮਨੁੱਖ ਨੇ ਆਪਣੇ ਆਪ ਨੂੰ ਬੰਨ ਲਿਆ, ਰੋਗਾਂ ਵਿੱਚ ਬੰਨ ਲਿਆ, ਚਸਕਿਆਂ 'ਚ ਬੰਨ ਲਿਆ, ਸਿਰਫ ਤਾਂ ਸਿਰਫ ਇਸ ਕਰਕੇ ਕਿ ਰਸ ਹੁੰਦਾ ਇਹਦੀ ਚੀਜ਼ ਵਿੱਚੋਂ। ਇਹ ਸਵਾਦ ਬੜਾ, ਖਾ ਲਓ। ਇਹ ਸਵਾਦਾਂ ਦੇ ਰਸ 'ਚ ਬੰਦਾ ਇਹੋ ਜਿਹਾ ਬਚਿਆ, ਬਚਦਾ ਬਚਦਾ ਇਹ ਰੋਗਾਂ 'ਚ ਬਚ ਗਿਆ, ਬਚਦਾ ਬਚਦਾ ਇਹ ਡਾਕਟਰਾਂ ਦਾ, ਦਵਾਈਆਂ ਦਾ ਗੁਲਾਮ ਹੋ ਗਿਆ। ਇੱਥੋਂ ਨਿਕਲਣਾ ਔਖਾ ਕੰਮ ਹੈ। ਛੁੱਟ ਸਕਦਾ ਹੈ, ਕੋਈ ਔਖਾ ਨਹੀਂ ਹੈ। ਬੰਦਾ ਥੋੜਾ ਜਿਹਾ ਆਪਣੇ ਆਪ 'ਚ ਯਤਨ ਕਰੇ, ਖਾਣਾ ਪੀਣਾ ਸਵਾਰ ਲਈ, ਜ਼ਿੰਦਗੀ ਦਾ ਆਨੰਦ ਹੀ ਬਣਾਏ। ਲੇਕਿਨ ਕਿਉਂਕਿ ਬੰਦਾ ਵੱਜ ਗਿਆ ਬੰਧਨਾਂ ਦੇ ਵਿੱਚ, ਸਤਿਗੁਰੂ ਸਾਹਿਬ ਜੀ ਕਹਿੰਦੇ ਐਸ ਤਰੀਕੇ ਨਾਲ ਤੂੰ ਆਪਣੇ ਆਪ ਨੂੰ ਬੰਧਨਾਂ ਵਿੱਚ ਜਕੜ ਲਿਆ, ਬੰਧ ਲਿਆ। ਕਿੱਦਾਂ? ਇੱਕ ਤਾਂ ਆ ਗਈ ਤੈਨੂੰ ਮਾਇਆ ਦੀ ਮਸਤੀ, ਤੇ ਮਾਇਆ ਦੀ ਮਸਤੀ ਤੂੰ ਵਿਖੇ ਰਸਾਂ 'ਚ, ਵਿਕਾਰਾਂ 'ਚ, ਰਸਾਂ 'ਚ ਪੈ ਗਿਆ। ਔਗਣਾਂ ਦੇ ਰਸ ਤੈਨੂੰ ਆਉਣ ਲੱਗ ਪਏ, ਵਿਕਾਰਾਂ ਦੇ ਰਸ ਤੈਨੂੰ ਆਉਣ ਲੱਗ ਪਏ, ਮਾਇਆ ਦਾ ਰਸ ਤੈਨੂੰ ਆਉਣ ਲੱਗ ਪਿਆ, ਵੱਜ ਗਿਆ। ਦੂਜਾ, ਇਹ ਸੰਸਾਰ ਸੀ ਸੁਪਨਾ, ਤੂੰ ਸੰਸਾਰ ਨੂੰ ਹੀ ਸੱਚ ਸਮਝ ਲਿਆ। ਇਹ ਮੇਰੇ ਰਿਸ਼ਤੇਦਾਰ ਨੇ, ਇਹ ਮੇਰਾ ਪਰਿਵਾਰ ਹੈ, ਇਹ ਮੇਰਾ ਘਰ ਹੈ, ਇਹ ਮੇਰਾ ਕਾਰੋਬਾਰ ਹੈ। ਬਖਸ਼ਿਆ ਤੇ ਵਾਹਿਗੁਰੂ ਜੀ ਨੇ ਸੀ ਤੈਨੂੰ ਕਾਰੋਬਾਰ। ਚਾਹੀਦਾ ਸੀ ਕਿ ਉਸ ਵਾਹਿਗੁਰੂ ਜੀ ਦਾ ਧੰਨਵਾਦ ਕਰਦਾ ਜਿਨੇ ਏਡਾ ਵੱਡਾ ਕਾਰੋਬਾਰ ਤੈਨੂੰ ਜ਼ਿੰਮੇਵਾਰੀ ਦਿੱਤੀ, ਇੰਨਾ ਤੇਰੇ ਤੇ ਭਰੋਸਾ ਕੀਤਾ, ਤੇਰੇ ਤੇ। ਦੇਖੋ ਅਸੀਂ ਕਿਸੇ ਨੂੰ ਵੱਡੀ ਜ਼ਿੰਮੇਵਾਰੀ ਦਿੰਨੇ ਭਰੋਸਾ ਕਰਕੇ ਹੀ ਦਿੰਨੇ ਆ ਨਾ, ਕਿ ਤੂੰ ਸਿਆਣਾ ਬੰਦਾ ਹੈ, ਤੂੰ ਠੀਕ ਚਲਾਏਗਾ, ਭਰੋਸਾ ਕਰਕੇ ਜ਼ਿੰਮੇਵਾਰੀ ਦਿੱਤੀ। ਪਰ ਮਨੁੱਖ ਉੱਥੇ ਜਾ ਕੇ ਸੋਚਦਾ ਇਹ ਮੇਰਾ ਹੀ ਹੈ। ਦੇਖੋ ਅਸੀਂ ਆਪਣੇ ਸਮਾਜ ਦੇ ਵਿੱਚੋਂ, ਆਪਣੇ ਮੁਲਕ ਚੋਂ, ਆਪਣੇ ਵਿੱਚੋਂ ਹੀ ਕੁਝ ਲੋਕਾਂ ਨੂੰ ਚੁਣਦੇ ਹਾਂ, ਵੋਟਾਂ ਪਾ ਕੇ, ਭਰੋਸਾ ਕਰਕੇ ਕਿ ਇਹ ਮੁਲਕ ਨੂੰ ਵਧੀਆ ਚਲਾਉਣਗੇ, ਇਹ ਮੁਲਕ ਨੂੰ ਵਧੀਆ ਚਲਾਉਣਗੇ, ਇਹ ਸਾਡਾ ਮੁਲਕ ਦਾ ਵਧੀਆ ਪ੍ਰਬੰਧ ਕਰਨਗੇ, ਅਸੀਂ ਸੁਖੀ ਰਵਾਂਗੇ। ਉਹ ਜਿਨ੍ਹਾਂ ਤੇ ਭਰੋਸਾ ਕਰਦੇ ਆ ਨਾ, ਉਹ ਫਿਰ ਕੀ ਹੈ, ਪੁਲਿਸ ਨੂੰ ਨਾਲ ਲੈ ਕੇ ਸਾਨੂੰ ਹੀ ਕੁੱਟਣਾ ਸ਼ੁਰੂ ਕਰ ਦਿੰਦੇ ਨੇ। ਉਹ ਕਹਿੰਦੇ ਰਾਜ ਸਾਡਾ, ਤੁਸੀਂ ਕੌਣ ਬੋਲਣ ਵਾਲੇ? ਕਿੰਨਾ ਮੂਰਖ ਭਰਿਆ ਸਮਾਜ ਸਾਡਾ। ਜਿਨ੍ਹਾਂ ਨੂੰ ਅਸੀਂ ਚੁਣਦੇ ਹਾਂ ਭਰੋਸਾ ਕਰਕੇ ਕਿ ਤੁਸੀਂ ਮੁਲਕ ਨੂੰ ਚਲਾਉਣਾ ਹੈ, ਵਧੀਆ ਚਲਾਉਣਾ ਹੈ, ਵਧੀਆ ਪ੍ਰਬੰਧ ਕਰਨਾ ਹੈ, ਵਧੀਆ ਸੜਕਾਂ ਬਣਾਉਣੀਆਂ, ਵਧੀਆ ਸਿਸਟਮ ਬਣਾਉਣਾ ਹੈ। ਜੇ ਉਹਨਾਂ ਨੂੰ ਕਹੀਏ ਤੁਹਾਡਾ ਸਿਸਟਮ ਵਧੀਆ ਨਹੀਂ, ਤੇ ਉਹ ਕੁੱਟਦੇ ਨੇ ਕਿ ਸਾਡਾ ਰਾਜ ਹੈ, ਤੁਸੀਂ ਕੌਣ ਬੋਲਣ ਵਾਲੇ ਹੋ। ਕਿੰਨੀ ਅਗਿਆਨਤਾ ਭਰੀ ਗੱਲ ਹੈ। ਦੁਨੀਆ ਬੋਲ ਹੀ ਨਹੀਂ ਸਕਦੀ, ਉਹਨਾਂ ਨੂੰ ਕੁਝ ਕਹਿ ਹੀ ਨਹੀਂ ਸਕਦੀ, ਕਹਿੰਦੇ ਸਾਡਾ ਰਾਜ ਹੈ, ਪੁਲਿਸ ਸਾਡੀ ਹੈ, ਹੁਣ ਤੁਸੀਂ ਨਹੀਂ ਬੋਲ ਸਕਦੇ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਬੰਦਾ ਬੰਧਨਾਂ 'ਚ ਇੱਥੇ ਆ ਕੇ ਫਸ ਗਿਆ। ਜਦੋਂ ਕਹਿੰਦਾ ਕਿ ਇਹ ਸਰੀਰ ਮੇਰਾ ਹੈ, ਜਦੋਂ ਕਹਿੰਦੇ ਘਰ ਮੇਰਾ ਹੈ, ਜਦੋਂ ਕਹਿੰਦੇ ਪਰਿਵਾਰ ਮੇਰਾ ਹੈ, ਬਸ ਮੇਰੀ ਮੇਰੀ ਕਰਤੇ ਜਨਮ ਗਏ ਹੋ। ਇਹ ਮੇਰੀ ਮੇਰੀ ਕਰਦਿਆਂ ਬੰਦਾ ਆਪਣੇ ਆਪ ਨੂੰ ਬੰਧਨਾਂ 'ਚ ਬੰਨ੍ਹ ਲੈਂਦਾ ਹੈ, ਇੰਨਾ ਬੰਨ੍ਹ ਲੈਂਦਾ ਹੈ ਕਿ ਇਹ ਫਿਰ ਜ਼ਿੰਦਗੀ 'ਚ ਸੁਖੀ ਕਦੀ ਨਹੀਂ ਹੋ ਸਕਦਾ। ਬੰਧਨਾਂ 'ਚ ਬੰਦਾ ਕਦੀ ਸੁਖੀ ਹੋ ਸਕਦਾ? ਕਦੀ ਸੁਖੀ ਨਹੀਂ ਹੋ ਸਕਦਾ। ਸਾਨੂੰ ਲੱਗਦਾ ਹੈ ਕਿ ਜਿਵੇਂ ਅਸੀਂ ਬੜੇ ਧਨ ਦੌਲਤ ਦੇ ਮਾਲਕ ਹਾਂ, ਸਾਨੂੰ ਲੱਗਦਾ ਹੈ ਕਿ ਜਿਵੇਂ ਅਸੀਂ ਬਹੁਤ ਵੱਡੇ ਵੱਡੇ ਰੁਤਬਿਆਂ ਦੇ ਜਾਂ ਗਿਆਨ ਦੇ ਮਾਲਕ ਹਾਂ। ਇਹ ਗਿਆਨ ਹੀ ਸਾਡੇ ਲਈ ਬੰਧਨ ਬਣ ਗਿਆ, ਇਹ ਰੁਤਬੇ ਜਾਂ ਇਹ ਧਨ ਦੌਲਤ ਹੀ ਸਾਡੇ ਲਈ ਬੰਧਨ ਬਣ ਗਈ। ਕਿਸੇ ਮਨੁੱਖ ਨੂੰ ਤੁਸੀਂ ਸੋਨੇ ਦੇ ਪਿੰਜਰੇ 'ਚ ਬੰਦ ਕਰ ਦਿਓ, ਪਿੰਜਰਾ ਤੇ ਪਿੰਜਰਾ ਹੀ ਹੈ, ਭਾਵੇਂ ਉਹ ਸੋਨੇ ਦਾ ਹੈ ਤੇ ਭਾਵੇਂ ਉਹ ਲੋਹੇ ਦਾ ਹੈ, ਪਿੰਜਰਾ ਤੇ ਪਿੰਜਰਾ ਹੀ ਹੈ। ਬੰਦਾ ਐਸ ਪਿੰਜਰੇ 'ਚ ਵੱਜ ਗਿਆ। ਕੋਈ ਥੋੜਾ ਜਿਹਾ ਅੱਗੇ ਵੱਧਦਾ ਹੈ ਤੇ ਉਹ ਧਾਰਮਿਕ ਬੰਧਨਾਂ 'ਚ ਵੱਜ ਜਾਂਦਾ ਹੈ। ਧਰਮ ਤਾਂ ਸੁਤੰਤਰਤਾ ਦਿੰਦਾ ਹੈ, ਧਰਮ ਤਾਂ ਸਮੁੱਚੀ ਮਾਨਵਤਾ ਦੇ ਨਾਲ ਪਿਆਰ ਪਾਉਂਦਾ ਹੈ। ਹੁਣ ਧਾਰਮਿਕ ਤੌਰ ਤੇ ਅਸੀਂ ਬੰਧਨਾਂ 'ਚ ਦੇਖੋ ਨਾ ਕਿੰਨੇ ਵੱਜ ਕੇ, ਦੂਜਿਆਂ ਦੀ ਗੱਲ ਛੱਡੋ, ਅਸੀਂ ਇੰਨੇ ਕੁ ਵੱਜ ਕੇ ਸਾਡਾ ਆਹ ਗੁਰਦੁਆਰਾ ਸੀ ਤੇ ਇੱਥੇ ਜਾਣਾ ਹੈ, ਉੱਥੇ ਨਹੀਂ ਜਾਣਾ। ਇਹ ਕਿਹੜਾ ਵੱਡਾ ਬੰਧਨ ਬਣ ਗਿਆ। ਇੱਕ ਮਤ ਦਾ ਆਪਣੇ ਦੂਜੇ ਮਤ ਤੇ ਨਾ ਜਾਏ ਗੱਲ ਵੱਖਰੀ ਹੈ, ਇੱਕ ਮਤ 'ਚ ਰਹਿਣ ਵਾਲਾ ਵੀ ਇੰਨਾ ਕੁ ਬੰਧਨਾਂ 'ਚ ਵੱਜ ਗਿਆ, ਮੇਰਾ ਤੇ ਇਹ ਗੁਰਦੁਆਰੇ ਤੇ ਇੱਥੇ ਜਾਣਾ, ਮੈਂ ਤੇ ਇਹਨੂੰ ਹੀ ਸੁਣਨਾ, ਇਹਨੂੰ ਸੁਣਨਾ ਹੀ ਨਹੀਂ ਹੈ, ਮੈਂ ਤੇ ਇਹਦੇ ਕੋਲ ਜਾਣਾ, ਇਹਦੇ ਕੋਲ ਜਾਣਾ ਹੀ ਨਹੀਂ ਹੈ।
ਹੈਰਾਨੀ ਦੀ ਗੱਲ, ਬੰਦੇ ਨੇ ਆਪਣੇ ਆਪ ਨੂੰ ਇਹਨਾਂ ਬੰਧਨਾਂ 'ਚ ਜਕੜ ਲਿਆ। ਸੁਤੰਤਰਤਾ 'ਚ ਜੋ ਆਨੰਦ ਹੈ ਉਹ ਬੰਧਨਾਂ 'ਚ ਆਨੰਦ ਨਹੀਂ ਹੈ, ਗੁਲਾਮੀ 'ਚ ਆਨੰਦ ਨਹੀਂ ਹੈ। ਤੇ ਉਹ ਗੁਲਾਮੀ ਜਿਹੜੀ ਮਾਨਸਿਕ ਤੌਰ ਤੇ ਸਾਡੇ ਅੰਦਰ ਹੈ, ਉਹ ਗੁਲਾਮੀ ਕੱਟੀ ਜਾਣੀ ਗੁਰਬਾਣੀ ਦੇ ਗਿਆਨ ਰਾਹੀਂ। ਜਦੋਂ ਗੁਰਬਾਣੀ ਦਾ ਗਿਆਨ ਆਏਗਾ ਫਿਰ ਤੇ ਸਾਰੀ ਦੁਨੀਆ ਸਾਡੀ ਬਣ ਜਾਏਗੀ। ਅਸੀਂ ਕੋਈ ਇਕੱਲੇ ਇੱਕ ਮੁਲਕ ਦੇ ਵਾਸੀ ਨਹੀਂ ਹੈ ਕਿ ਆਹ ਸਾਡਾ ਮੁਲਕ ਹੈ ਜਾਂ ਆਹ ਸਾਡੀ ਸਟੇਟ ਹੈ ਜਾਂ ਆਹ ਸਾਡਾ ਸ਼ਹਿਰ ਹੈ। ਅਸੀਂ ਧਰਤੀ ਦੇ ਵਾਸੀ ਬਣੀਏ, ਧਰਤੀ ਦੇ। ਇਹ ਧਰਤੀ ਸਾਡੀ ਹੈ, ਇਕੱਲਾ ਮੁਲਕ ਸਾਡਾ ਨਹੀਂ ਹੈ। ਜਦੋਂ ਅਸੀਂ ਇਕੱਲੇ ਮੁਲਕ ਦੀ ਗੱਲ ਕਰਦੇ ਹਾਂ ਵੀ ਇੱਕ ਗੁਲਾਮੀ ਹੈ, ਕੋਈ ਆਜ਼ਾਦੀ ਨਹੀਂ ਹੈ। ਇਕੱਲੇ ਮੁਲਕ ਦੀ ਜਦੋਂ ਭਲੇ ਦੀ ਕੋਈ ਗੱਲ ਕਰੇ, ਇਹ ਵੀ ਕੋਈ ਆਜ਼ਾਦੀ ਨਹੀਂ ਹੈ। ਅਸੀਂ ਇਸ ਧਰਤੀ ਦੇ ਵਾਸੀ ਹਾਂ, ਧਰਤੀ ਦੇ ਵਾਸੀ ਬਣ ਕੇ ਰਹੀਏ, ਧਰਤੀ ਦੇ ਬਾਰੇ ਸੋਚੀਏ, ਇਕੱਲੇ ਮੁਲਕ ਬਾਰੇ ਨਹੀਂ, ਸਾਰੀ ਧਰਤੀ ਬਾਰੇ ਸੋਚੀਏ। ਜਦੋਂ ਮਨੁੱਖ ਦੀ ਇਹ ਸੋਚ ਬਣ ਜਾਏਗੀ, ਉਹ ਧਰਤੀ ਦਾ ਵਾਸੀ ਬਣ ਜਾਏਗਾ, ਧਰਤੀ ਬਾਰੇ ਸੋਚਣ ਲੱਗ ਪਏਗਾ। फिर ते देखेगा कि ना को वैरी नहीं बेगाना सगल संग हमको बन आई। कोई वैरी नहीं है साडा, कोई बेगाना नहीं है, सारे साडे अपने ने। और ये मनुख जिहड़ा सुतंत्र सी, जिहदे लई सारी धरती परमात्मा ने बनाई सी, इहदे नालों ते पशु पंछी सुतंत्र ने। आपां देखदे हां पशु उड़ के पाकिस्तान जा सकदे ने, बंदा नहीं जा सकदा। बंदे नूं पहलां वीज़ा लैना पेगा, 100 खज्जल खुआरियां चों लंघ के बार्डर ते जाओगे, किन्ना तंग करदे ने। वो एक लीग तो दूजे बन्ने पैर पाउण लगो ना, अखां कड कड के देखदे, कदी जाके देखो बार्डर ते तुसीं। एक लीक है विच, उस लीक नूं पार करना है ना, जिहड़ी लीक बनी है बार्डर ते, उत्थे रफलां ताण के खड़े ने, तुहाडे हल देखी जाणगे जिद्दां तुसीं बड़े अपराधी हो। मनुख दी हालत इह बन गई है। पर पंछी ने पाकिस्तान उड़ के झट चलिया जाएगा, ਉਹਨੂੰ ਕੋਈ ਪੁੱਛਣ ਦੀ ਲੋੜ ਨਹੀਂ, ਕਿਸੇ ਮੁਲਕ 'ਚ ਮਰਜ਼ੀ ਚਲਿਆ ਜਾਏ, ਸੁਤੰਤਰ ਹੈ। ਮਨੁੱਖ ਸੁਤੰਤਰ ਨਹੀਂ ਹੈ, ਮਨੁੱਖ ਗੁਲਾਮ ਹੈ। ਕੁਝ ਇਹਨੂੰ ਧਾਰਮਿਕ ਲੋਕਾਂ ਨੇ ਗੁਲਾਮ ਬਣਾਇਆ ਹੈ, ਕੁਝ ਇਹਨੂੰ ਰਾਜਨੀਤਿਕ ਲੋਕਾਂ ਨੇ ਗੁਲਾਮ ਬਣਾਇਆ ਹੋਇਆ। ਉਹ ਜਦੋਂ ਇਹ ਮਨੁੱਖ ਧਰਤੀ ਦਾ ਵਾਸੀ ਬਣ ਜਾਏਗਾ, ਉਦੋਂ ਮਨੁੱਖ ਦੇ ਲਈ ਕੋਈ ਬਗਾਨਾ ਨਹੀਂ ਰਹੇਗਾ। ਉਹ ਸੋਚ ਆਏਗੀ ਜਿਉਂ-ਜਿਉਂ ਅਸੀਂ ਪਰਮਾਤਮਾ ਦੇ ਪਿਆਰ ਵਿੱਚ ਜੁੜਾਂਗੇ, ਵਾਹਿਗੁਰੂ ਜੀ ਦੇ ਪਿਆਰ ਜੁੜਾਂਗੇ, ਜਿਹੜੇ ਰੱਬ ਦੇ ਰੰਗ ਚਰੰਗੇ ਨੇ। ਦੇਖੋ सारी धरती उन्होंने, बाबा नानक जी कहते आई पंथी सगल जमाती, मन जीते जग जीत, सारी दुनिया साडा आई पंथ है। ते बाबा नानक जी किन्ने मुल्कां च गए, किन्ने मतांतरां दे लोकां नाल मिले। अज किन्ने मतांतरां दे लोग बाबा नानक जी नूं अपने ही समझदे ने। कोई बाबा नानक जी नूं नानक नाथ कहंदा है, कोई बाबा नानक जी नूं नानक शाह फकीर कहंदा है, कोई बाबा नानक जी नूं बाबा नानक कहंदा है, हजरत बाबा नानक। कोई बाबा नानक जी नूं नानक देव जी कहंदा है, कोई बाबा नानक जी नूं गुरु नानक साहब जी कहंदा है, कोई बाबा नानक जी नूं नानक लांबा कहंदा है। ये बाबा नानक सारी दुनिया दे ने, रब दे प्यारे सारी दुनिया दे नाल सांझ पाउंदे ने। इस करके सतगुरु जी कहंदे बंदिया तू ते इस तरीके नाल बंधनां च बज गया। पहला तू माया च मस्त हो गया, दूजा ये संसार नासवंसी तू इनू साची समझ लिया, तीजा ये तेरा शरीर जिहड़ा मिथ्या सी तू सोचिया शरीर ही मेरा, शरीर तक ही सीमित होके रह गया। ये विद आप बंधावै, इस विधि राही तू अपने आप नूं बंधनां विच बन लिया। और जो जो असी करदे आ, सतगुरु जी दी बाणी कहंदी जाली रैण जाल दिन हुआ जेती घड़ी फाही तेती। जाली रैण रात जिहड़ी वो भी साडे लई फाही बन गई। जाली जिवें जाल हुंदा है, जाली हुंदी है फण लई पंछियां नूं। रात नूं भी असीं इहो जे सोचदे हां, इहो जे कर्म करदे तां भी असीं बंधनां 'च फसदे चले जांदे हां। दिने जागदे जो कुछ करदे हां, जाल दिन हुआ, ये दिन भी साडे लई जाल ही बन के रह गया, जंजाल बन के रह गया। जेती घड़ी फाही तेती, जिन्नियां घड़ियां ने, जिन्ने मिंट ने, सकिंट ने, हर छिन जिहड़ा साडे लई फाही बन गया। भाव हर छिन असी वो कुछ सोचते हैं, वो कुछ करते हैं जो साडे लई बंधन बन जाए। असी बंधनां च अपने आप नूं आप ही बन्नी चले जाते हैं। और मकड़ी हुंदी है ना, मकड़ी अपने तो एक बरीक जी तार कढ़दी है, तार। वो तार दे नाल एक जाला जिहा बनाउंदी है। ਉਹਦਾ ਜਾਲਾ बनाउण दा मकसद ਇਹ ਹੁੰਦਾ है, वो लुक के बैठ जाती, जाला जिहा एक बना के ना कोई मच्छर आदि होर कीड़ा मकोड़ा आए वो जाले च फस जाता है, वो फिर उन्होंने खा जाती है।
ਉਹ ਜਾਲਾ ਬਣਾਉਂਦੀ ਹੈ ਕੀੜਿਆਂ ਮਕੌੜਿਆਂ ਨੂੰ ਫਸਾਉਣ ਦੇ ਲਈ, ਲੇਕਿਨ ਆਪ ਵੀ ਉਸੇ ਜਾਲੇ 'ਚ ਹੀ ਫਸ ਕੇ ਮਰ ਜਾਂਦੀ ਹੈ। ਮਨੁੱਖ ਦੀ ਹਾਲਤ ਇਹ ਹੈ ਕਿ ਹਰ ਵੇਲੇ ਸੋਚਦਾ ਰਹੇਗਾ ਕਿ ਮੈਂ ਦੂਜਿਆਂ ਨੂੰ ਫਸਾਉਣਾ ਕਿਵੇਂ ਹੈ, ਆਪਣਾ ਸਵਾਰਥ ਕਿਵੇਂ ਪੂਰਾ ਕਰਨਾ ਹੈ, ਆਪਣੀ ਲੋੜ ਕਿਵੇਂ ਪੂਰੀ ਕਰਨੀ ਹੈ। ਜੇਤੀ ਘੜੀ ਫਾਹੀ ਤੇਤੀ, ਜਿੰਨੀਆਂ ਘੜੀਆਂ ਨੇ ਉਨੀਆਂ ਫਾਹਾਂ ਅਸੀਂ ਫਾਹੀਆਂ ਤਿਆਰ ਕਰੀ ਚਲੇ ਜਾਂਦੇ ਹਾਂ। ਬਸ ਉਸੇ ਤਰੀਕੇ ਦੇ ਨਾਲ ਅਸੀਂ ਫਸਦੇ ਚਲੇ ਜਾਂਦੇ ਹਾਂ। ਜਨ ਨਾਨਕ ਸੋ ਜਨ ਮੁਕਤਾ, ਰਾਮ ਭਜਨ ਚਿਤ ਲਾਵੈ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੁਕਤਾ ਦਾ ਅਰਥ ਹੈ ਸੁਤੰਤਰ, ਆਜ਼ਾਦ। ਆਜ਼ਾਦ ਕੌਣ ਹੈ ਇਸ ਧਰਤੀ ਤੇ? ਪਰਮਾਤਮਾ ਨੇ ਮਨੁੱਖ ਨੂੰ ਬਣਾਇਆ ਤੇ ਆਜ਼ਾਦ ਸੀ, ਕਿਉਂਕਿ ਪਰਮਾਤਮਾ ਆਪ ਆਜ਼ਾਦ ਹੈ। ਮਨੁੱਖ ਨੂੰ ਆਜ਼ਾਦ ਬਣਾਇਆ ਸੀ। ਆਜ਼ਾਦੀ ਮਨੁੱਖ ਦਾ ਅਧਿਕਾਰ ਹੈ, ਹੱਕ ਹੈ, ਲੋੜ ਹੈ। ਲੇਕਿਨ ਮਨੁੱਖ ਜਿਹੜਾ ਆਜ਼ਾਦ ਰਹਿ ਨਾ ਸਕਿਆ, ਇਹ ਫਸ ਗਿਆ, ਇਹ ਬੰਧਨਾਂ 'ਚ ਪੈ ਗਿਆ। ਸਤਿਗੁਰੂ ਜੀ ਕਹਿੰਦੇ ਐਸ ਧਰਤੀ ਤੇ ਆ ਕੇ ਸੁਤੰਤਰ ਉਹ ਹੈ ਜੋ ਰਾਮ ਭਜਨ ਚਿਤ ਲਾਵੈ, ਜੋ ਵਾਹਿਗੁਰੂ ਜੀ ਦੇ ਨਾਮ ਵਿੱਚ ਆਪਣੀ ਸੁਰਤ ਜੋੜਦਾ, ਜਿਹਦੀ ਲਿਵ ਪਰਮਾਤਮਾ ਨਾਲ ਲੱਗ ਜਾਂਦੀ ਹੈ। ਜਿਉਂ-ਜਿਉਂ ਪਰਮਾਤਮਾ ਦੇ ਵਿੱਚ ਲਿਵ ਲੱਗੇਗੀ, ਅਸੀਂ ਪਰਮਾਤਮਾ ਵਰਗੇ ਹੀ ਬਣਦੇ ਜਾਵਾਂਗੇ। ਮਾਇਆ 'ਚ ਲਿਵ ਲੱਗੇਗੀ, ਮਾਇਆ ਵਰਗਾ ਸਾਡਾ ਸੁਭਾਅ ਬਣਦਾ ਜਾਏਗਾ। ਪਰਮਾਤਮਾ 'ਚ ਲਿਵ ਲੱਗੇਗੀ, ਪਰਮਾਤਮਾ ਦੇ ਪਿਆਰ ਜੁੜ ਕੇ ਅਸੀਂ ਨਿਰਵੈਰ ਹੋ ਜਾਵਾਂਗੇ, ਆਪਣੇ ਬੰਧਨ ਕੱਟੇ ਜਾਣਗੇ। ਪਰਮਾਤਮਾ ਦੇ ਪਿਆਰ ਜੁੜ ਕੇ ਅਸੀਂ ਨਿਰਭਉ ਹੋ ਜਾਵਾਂਗੇ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਪਰਮਾਤਮਾ ਦੇ ਪਿਆਰ ਜੁੜ ਕੇ ਅਸੀਂ ਵੀ ਪਰ ਉਪਕਾਰੀ ਬਣ ਜਾਵਾਂਗੇ। ਪਰਮਾਤਮਾ ਦੇ ਪਿਆਰ ਜੁੜ ਕੇ ਸਾਨੂੰ ਵੀ ਧਰਤੀ ਤੇ ਕੋਈ ਬਗਾਨਾ ਨਜ਼ਰ ਨਹੀਂ ਆਏਗਾ, ਸਾਰੇ ਸਾਨੂੰ ਆਪਣੀ ਨਜ਼ਰ ਆਉਣਗੇ। ਇੱਕ ਚੀਜ਼ ਨਜ਼ਰ ਆਏਗੀ, ਏਕ ਪਿਤਾ ਏਕ ਸਕੇ ਹਮ ਬਾਰਕ। ਇੱਕੋ ਹੀ ਪਰਮਾਤਮਾ ਸਾਡਾ ਪਿਤਾ ਹੈ, ਇੱਕ ਪਰਮਾਤਮਾ ਦੇ ਅਸੀਂ ਸਾਰੇ ਬੱਚੇ ਹਾਂ। ਪਰ ਸਤਿਗੁਰੂ ਜੀ ਕਹਿੰਦੇ ਜਿਹੜਾ ਵਾਹਿਗੁਰੂ ਜੀ ਦੇ ਨਾਮ ਵਿੱਚ ਚਿੱਤ ਜੋੜਦਾ ਹੈ, ਉਹ ਸੁਤੰਤਰ ਹੋ ਜਾਂਦਾ ਹੈ, ਉਹ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਉਹਦੀ ਇੱਕ ਅਵਸਥਾ ਬਣਦੀ, ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਂਤ। ਉਹ ਨਾ ਡਰਦਾ ਨਾ ਡਰਾਉਂਦਾ। ਲੇਕਿਨ ਆਮ ਬੰਦਾ ਡਰਿਆ ਵੀ ਹੈ ਤੇ ਡਰਾਉਂਦਾ ਵੀ ਹੈ। ਜਿੰਨਾ ਜ਼ਿਆਦਾ ਡਰਿਆ ਉਹਨਾਂ ਦੂਜੇ ਨੂੰ ਜ਼ਿਆਦਾ ਡਰਾਏਗਾ, ਜਿੰਨਾ ਜ਼ਿਆਦਾ ਡਰਿਆ ਉਹਨਾਂ ਜ਼ਿਆਦਾ ਦੂਜੇ ਨੂੰ ਡਰਾਏਗਾ। ਇਹ ਜਿਹੜੇ ਆ ਨਾ ਆਪਣੇ ਆਪ ਨੂੰ ਆਲੇ ਦੁਆਲੇ ਇੰਨੀਆਂ ਸਿਕਿਉਰਿਟੀ ਲਈ ਫਿਰਦੇ, ਉਹ ਡਰੇ ਹੋਏ ਲੋਕ ਨੇ, ਬਹੁਤ ਡਰੇ ਹੋਏ ਲੋਕ ਨੇ। ਉਹਨਾਂ ਨੂੰ ਡਰ ਹੀ ਰਹਿੰਦਾ ਹਰ ਵੇਲੇ, ਇਸ ਕਰਕੇ ਉਹਨਾਂ ਹੀ ਆਪਣਾ ਸੁਰੱਖਿਆ ਦਾ ਸਾਧਨ ਕਰਦੇ ਰਹਿੰਦੇ ਨੇ। ਜਿਹੜੇ ਡਰ ਤੋਂ ਰਹਿਤ ਨੇ ਉਹਨਾਂ ਨੂੰ ਕਾਹਦੀ ਚਿੰਤਾ ਹੈ? ਉਹ ਤੇ ਜਿੱਥੇ ਜਾਣ ਸਾਰੀ ਦੁਨੀਆ ਉਹਨਾਂ ਦੀ ਆਪਣੀ ਹੈ। ਜੇ ਇਹ ਸਾਡੇ ਪੋਲੀਟੀਸ਼ੀਅਨ ਆਪਣੀ ਮੁਲਕ ਦੇ ਲੋਕਾਂ ਨੂੰ ਆਪਣੇ ਸਮਝਣ ਨਾ, ਫਿਰ ਉਹਨਾਂ ਨੂੰ ਏਡੀਆਂ ਵੱਡੀਆਂ ਵੱਡੀਆਂ ਸਿਕਿਉਰਿਟੀਆਂ ਦੀ ਲੋੜ ਨਹੀਂ ਹੈ। ਉਹ ਆਪਣੇ ਨਹੀਂ ਸਮਝਦੇ, ਉਹ ਆਪਣੇ ਆਪ ਨੂੰ ਕੁਝ ਵੱਖਰਾ ਸਮਝਦੇ ਨੇ, ਲੋਕਾਂ ਨੂੰ ਬਗਾਨੀਆਂ ਸਮਝਦੇ ਨੇ, ਤਾਂ ਉਹਨਾਂ ਨੂੰ ਏਡੀ ਵੱਡੀ ਸੁਰੱਖਿਆ ਦੀ ਲੋੜ ਪੈਂਦੀ ਹੈ, ਕਿਉਂਕਿ ਉਹਨਾਂ 'ਚ ਇੱਕ ਬਗਾਨਗੀ ਆ ਜਾਂਦੀ, ਡਰ ਆ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਜਦੋਂ ਕੋਈ ਪਰਮਾਤਮਾ ਦੇ ਪਿਆਰ ਜੁੜਦਾ ਹੈ, ਉਦੋਂ ਉਹ ਸੁਤੰਤਰ ਹੋ ਜਾਂਦਾ ਹੈ। ਅਸੀਂ ਧਰਤੀ ਤੇ ਆਏ ਸਾਂ ਸੁਤੰਤਰ ਹੋ ਕੇ ਪਰਮਾਤਮਾ 'ਚ ਵਿਲੀਨ ਹੋਣ ਦੇ ਲਈ, ਪਰ ਮਨੁੱਖ ਨੇ ਆਪਣੇ ਆਪ ਨੂੰ ਬੰਧਨਾਂ ਵਿੱਚ ਜਕੜ ਕੇ ਆਪਣੀ ਜ਼ਿੰਦਗੀ ਅਕਾਰਥ ਗਵਾ ਲਈ। ਬੰਧਨਾਂ 'ਚ ਕਿਵੇਂ ਜਕੜਦਾ ਹੈ ਮਨੁੱਖ ਆਪਣੇ ਆਪ ਨੂੰ? ਸਤਿਗੁਰੂ ਜੀ ਨੇ ਦੱਸਿਆ ਕਿ ਮਾਇਆ ਦੀ ਮਸਤੀ 'ਚ ਆ ਕੇ, ਸੰਸਾਰ ਸੁਪਨੇ ਨਾਲ ਜੁੜ ਕੇ, ਜਾਂ ਇਸ ਮਿਥਿਆ ਸਰੀਰ ਦੇ ਮੋਹ ਵਿੱਚ ਪੈ ਕੇ ਬੰਦਾ ਬੰਧਨਾਂ 'ਚ ਵੱਜਦਾ ਜਾਂਦਾ ਹੈ। ਪਰ ਜਿਉਂ-ਜਿਉਂ ਇਹ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜੇਗਾ, ਤਿਉਂ-ਤਿਉਂ ਇਹਦੇ ਬੰਧਨ ਕੱਟੇ ਜਾਣਗੇ। ਸਤਿਗੁਰੂ ਜੀ ਮਿਹਰ ਕਰਨ, ਗੁਰੂ ਕੀ ਬਾਣੀ ਦਾ ਪਾਵਨ ਉਪਦੇਸ਼ ਸਾਡੇ ਹਿਰਦੇ 'ਚ ਵਸੇ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲ ਚੁੱਕ ਦੀ ਖਿਮਾ ਬਖਸ਼ ਦੇਣੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮੂਹ ਸੰਗਤਾਂ ਨੂੰ ਆਪਣੇ ਦਰੋਂ ਘਰੋਂ ਨਾਮ ਬਾਣੀ ਦਾ ਪਿਆਰ ਬਖਸ਼ ਕੇ ਕਿਰਤਾਰਥ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।